ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅੰਮ੍ਰਿਤਸਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਜਵਾਨ ਨੇ ਇਸ ਲਈ ਖੁਦਕੁਸ਼ੀ ਕਰ ਲਈ ਜਿਸ ਵਿੱਚ ਉਸ ਨੂੰ ਉਸਦੀ ਔਰਤ ਦੋਸਤ ਵਿਆਹ ਲਈ ਮਜਬੂਰ ਕਰਦੀ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। मेरा पुत कुल्चियां दा काम करदा विजय नगर ओते कुड़ी आ सुमन नां दी कोई विजय नगर काम करदा अपने मासड़ दी दुकान ते। गलबात 2 साल हो गए ही गे गल चलदी नूं मेरे पुत नाल ते ओह आंदी विआह करा ते ओह आंदा मैं नहीं विआह कराउणा जिन्ना चिर मेरे वड्डे भाई दा विआह ना होगा। मेरी उम्र अजे 18 साल दी अजे 19 लगा। मेरे पुत नूं धमकियां दित्तियां दुकान ते आन के मां ने ते धी ने भी जे तू विआह नहीं कराउणा ते तैनूं असीं मार देना। मेरे पुत नूं अज दुकान ते दवाई दे के ते मेरे पुत नूं खत्म कर गईयां ने। मेरी और गल कोई नहीं होई। मेरे पुत आंदा मम्मी दुकान ते आ जा। मैं 5 बजे दा टाइम दिता ओदी मां नूं ते कुड़ी नूं। मैं आख्या पुत मैं 5 बजे नहीं आना, मैं हुणे आ जानी। आंदा नहीं मम्मी 5 बजे आ जी। वो 5 बजे तो पहलों मेरा पुत डैना ने खा लिया। कित्थे आके दवाई दित्ती थी जी उन्होंने? दवाई विजय नगर आन के दित्ती बाजार दे विच दुकान ते दे के गईयां। मेरे पुत नूं धमकी ला के। कुड़ी कित्थों दी रहण वाली है जी? कुड़ी हैगी जे 88 फुट रोड दी आ। मैनूं का पिंड एड्रैस दा नहीं पता। पुत नूं कंप्लेंट दित्ती है जी? हाँ जी दित्ती आ। की मंग करदे जी हुण तुसीं? हुण मंग मेरी इहो ही आ भी जिस तरह मेरे पुत नूं मारिया मेरे ओदी लाश नाल जानी चाहिए। मेरी लाश ओदी कुड़ी दी मैनूं कुड़ी मत्थे लाओ मेरे। किन्ना ਵੱਲੋਂ ਧਮਕੀਆਂ ਦਿੱਤੀਆਂ ਗਈਆਂ? मुंडे कुड़ी वालियां ਵੱਲੋਂ धमकी दित्ती। मामे ने दित्ती आ, मामे दी मां ने दित्ती आ, मामी ने दित्ती आ। ਕੀ ਉਹਨਾਂ ਦੇ ਕੋਲ? मैनूं नां दा नहीं पता, नां दा नहीं मैनूं पता। कुड़ी दे नां दा सिर्फ सुमन दस गया। मेरा पुत ने रिकॉर्डिंगां कीती। ਇਹ ਕੁੜੀ ਪਹਿਲੋਂ ਵੀ ਕੀ ਆਉਂਦੀ ਜਾਂਦੀ ਸੀ आउंदी ਤੁਹਾਡੇ ਘਰ? दुकान ते शरेआम आउंदी। मेरा पुत नहीं ओदे घर जांदा, मेरा पुत नहीं उन्हां दे घरे जांदा। कुड़ी दुकान ते धमकियां दिंदी आ। ਮੁੰਡੇ ਦੀ ਕਿੰਨੀ ਉਮਰ ਸੀ? मेरे पुत दी 18 साल उम्र 19 लगा मेरे पुत। ਯੂਕਰੇਨ ਵਿੱਚ ਪੰਜਾਬੀ ਮੁੰਡੇ ਕੁੜੀਆਂ ਦਾ ਬੁਰਾ ਹਾਲ ਹੈ ਤੇ ਉਹ ਭਾਰਤ ਆਉਣ ਲਈ ਤਰਲੇ ਮਿੰਨਤਾਂ ਕਰ ਰਹੇ ਹਨ। ਰੂਪਨਗਰ ਵਿੱਚ ਵੀ ਇੱਕ ਪਰਿਵਾਰ ਅਜਿਹਾ ਹੈ ਜਿਨ੍ਹਾਂ ਦਾ ਬੇਟਾ ਸਨ 2003 ਤੋਂ ਯੂਕਰੇਨ ਵਿੱਚ ਰਹਿੰਦਾ ਹੈ ਤੇ ਉਹ MBBS ਦੀ ਪੜ੍ਹਾਈ ਕਰਕੇ ਯੂਕਰੇਨ ਦੇ ਸ਼ਹਿਰ ਖੜਕੀ ਵਿੱਚ ਬਤੌਰ ਡਾਕਟਰ ਕੰਮ ਕਰਦਾ ਹੈ ਤੇ ਉਸ ਦੀ ਪਤਨੀ ਵੀ ਯੂਕਰੇਨ ਦੀ ਨਿਵਾਸੀ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦਾ ਬੇਟਾ ਹਰੀਪਾਲ ਅਤੇ ਉਹਨਾਂ ਦੀ ਨੂੰਹ ਪੋਲੈਂਡ ਨੂੰ ਸੜਕ ਦੇ ਰਾਸਤੇ ਜਾ ਰਹੇ ਸਨ, ਪਰ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਸੰਪਰਕ ਨਾ ਹੋ ਸਕਿਆ। ਪੀੜਿਤ ਪਰਿਵਾਰ ਨੇ ਕੇਂਦਰ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਹੁਣ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਪਰਿਵਾਰਾਂ ਨਾਲ। ਉਹਨਾਂ ਦੇ ਘਰ ਵਿੱਚ ਵੀ ਬੱਚਿਆਂ ਪ੍ਰਤੀ ਚਿੰਤਾ ਵੱਧਦੀ ਜਾ ਰਹੀ ਹੈ। ਅੱਜ 5 ਪਰਿਵਾਰਾਂ ਨੇ ਮਿਲ ਕੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ। मेरा नाम यशपाल है। इस टाइम अपना बेटा एक उत्ते है जी 2003 तो उत्थे पढ़ाई कर रहा सी। पढ़ाई तो बाद MBBS करन तो बाद उन्हें MD उत्थे कीती। उस तो बाद खमलिक्सी दे विच स्टेट दे विच उन्होंने नौकरी शुरू की एज ए डॉक्टर। उस तो बाद फिर वो कीप शिफ्ट हो गए। उन्होंने मैडम जो कि यूक्रेनियन है वो उन्होंने MD ਕੀਤੀ ਹੋਈ ਹੈ ਗਾਇਨੀ ਦੀ, ਤੇ ਉਹ ਵੀ ਯੂਕਰੇਨ ਦੇ ਕੀਵ ਦੇ ਵਿੱਚ ਹੀ ਪੋਸਟਡ ਨੇ। ਦੋਨੇ ਹੀ ਉੱਥੇ ਸਰਵਿਸ ਕਰਦੇ ਆ ਤੇ ਐਟ ਪ੍ਰੈਜ਼ੈਂਟ ਕੀਵ ਦੇ ਵਿੱਚ ਹੀ ਸਨ। ਤੇ ਕੱਲ੍ਹ ਰਾਤ ਨੂੰ ਉਹ ਉੱਥੋਂ ਸ਼ਿਫਟ ਹੋਏ ਨੇ ਤੇ ਆਪਣੀ ਜੋ ਉਹਨਾਂ ਦੀ ਸਟੇਟ ਖਮਲਿਕਸੀ ਹੈ ਜਿਹੜੀ ਕਿ ਕਾਫੀ ਸੇਫ ਹੈ, ਉੱਥੇ ਉਹ ਕਾਫੀ ਰਿਲੀਫ ਮਹਿਸੂਸ ਕਰ ਰਹੇ ਨੇ। ਔਰ ਉਹ ਯੂਰਪੀਅਨ ਕੰਟਰੀ ਦੇ जो ਬਾਰਡਰ ਹਨ ਉਧਰ ਹੀ ਸਥਿਤ ਹੈ ਤੇ ਇਸ ਟਾਈਮ ਉਹ ਉੱਥੇ ਕਾਫੀ ਸੇਫ ਮਹਿਸੂਸ ਕਰ ਰਹੇ ਨੇ। ਗੱਲ ਸਵੇਰ ਤੋਂ ਨਹੀਂ ਹੋ ਪਾਈ ਕਿਉਂਕਿ ਉੱਥੇ ਇੰਟਰਨੈਟ ਪ੍ਰੋਬਲਮ ਜੋ ਹੈ ਉਹ ਕਾਫੀ ਰੂਪ ਵਿੱਚ ਚੱਲ ਰਹੀ ਹੈ। ਉਹ ਜਦੋਂ ਪ੍ਰੋਬਲਮ ਠੀਕ ਹੁੰਦੀ ਹੈ ਫਿਰ ਉਹਨਾਂ ਨਾਲ ਜੋ ਸੰਪਰਕ ਹੋਏਗਾ ਤੇ ਆਪਾਂ ਨੂੰ ਜੋ ਉਸ ਸਮੇਂ ਉਹ ਦੱਸਦੇ ਸਨ ਕਿ ਹਾਲਾਤ ਕਾਫੀ ਨਾਜ਼ੁਕ ਨੇ, ਪੈਨਿਕ ਕਾਫੀ ਚੱਲ ਰਿਹਾ ਹੈ ਤੇ ਜਿਸ ਕਰਕੇ ਉਹਨਾਂ ਨੇ ਉੱਥੋਂ ਛੱਡਣ ਦਾ ਇਰਾਦਾ ਬਣਾਇਆ। ਤੇ ਸਾਰੀ ਰਾਤ ਹੀ
ਉਹ ਮਤਲਬ ਉਹਨਾਂ ਨੇ ਸਫ਼ਰ ਕੀਤਾ ਤੇ ਉੱਥੇ ਕਮਰਿਕਸੀ ਪਹੁੰਚੇ। ਸਰਕਾਰ ਤੋਂ ਕੀ ਸਰਕਾਰ ਤੋਂ ਡਿਮਾਂਡ ਇਹੀ ਹੈ ਜੀ ਵੀ ਉੱਥੇ ਜਿੰਨੇ ਵੀ ਵਿਦਿਆਰਥੀ ਫਸੇ ਹਨ ਉਹ ਕਾਫੀ ਪੈਨਿਕ ਵਿੱਚ ਨੇ, ਕਾਫੀ ਉਹਨਾਂ ਨੂੰ ਮਦਦ ਦੀ ਲੋੜ ਹੈ। ਤੋ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਮਦਦ ਹੋ ਸਕੇ ਉਹਨਾਂ ਨੂੰ ਆਪਣੇ ਦੇਸ਼ ਵਿੱਚ ਲਿਆਉਣ ਦੀ ਉਹ ਕੀਤੀ ਜਾਵੇ। ਹੁਣ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਪਰਿਵਾਰਾਂ ਨਾਲ। ਉਹਨਾਂ ਦੇ ਘਰਾਂ ਵਿੱਚ ਬੱਚਿਆਂ ਪ੍ਰਤੀ ਚਿੰਤਾ ਵੱਧਦੀ ਜਾ ਰਹੀ ਹੈ। ਅੱਜ 5 ਪਰਿਵਾਰਾਂ ਨੇ ਮਿਲ ਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਪਰਿਵਾਰਾਂ ਨੇ ਕਿਹਾ ਹੈ ਕਿ ਜੰਗ ਲੱਗਣ ਨਾਲ ਯੂਕਰੇਨ ਵਿੱਚ ਹਾਲਾਤ ਮਾੜੇ ਹੋਏ ਪਏ ਹਨ। ਹਾਲਾਂਕਿ ਉਹਨਾਂ ਦੇ ਬੇਟਿਆਂ ਨਾਲ ਵੀ ਗੱਲਬਾਤ ਲਗਾਤਾਰ ਹੋ ਰਹੀ ਹੈ। ਸਰਕਾਰ ਕੋਲੋਂ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਦੀ ਭਾਰਤ ਵੱਲ ਵਾਪਸੀ ਕਰਵਾਈ ਜਾਵੇ। ਅੰਬੁਜ ਸੋਨੀ ਤੁਹਾਡਾ ਬੇਟਾ ਉੱਥੇ ਕੀ ਕਰ ਰਿਹਾ, ਕਿਸ ਤਰ੍ਹਾਂ ਦੀ ਪੜ੍ਹਾਈ ਕਰ ਰਿਹਾ ਸੀ? ਮੇਰਾ ਬੇਟਾ MBBS ਕਰ ਰਿਹਾ ਜੀ ਕਦੋਂ ਗਿਆ ਸੀ ਮੈਮ? 5th ईयर। हाँ 5th ईयर में है। 5th ਈਅਰ ਦੇ ਵਿੱਚ। ਹੁਣ ਇਸ ਟਾਈਮ ਤੁਹਾਡਾ ਬੇਟਾ ਕਿਸ ਹਾਲਾਤ ਵਿੱਚ ਹੈ? ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਨਹੀਂ ਹੋਈ? ਗੱਲਬਾਤ ਤੇ ਹੋਈ ਹੈ ਪਰ ਹਾਲਾਤ ਤੇ ਉੱਥੋਂ ਦੇ ਬਹੁਤ ਬੁਰੇ ਆ। ਉਹ ਬੇਸਮੈਂਟ 'ਚ ਹੈਗੇ ਆ, ਬੈਠੇ ਹੋਏ ਆ, ਬਸ ਵਿਚਾਰੇ ਟਾਈਮ ਪਾਸ ਕਰ ਰਹੇ ਆ, ਬੈਠੇ ਪਰੇਸ਼ਾਨ ਬੈਠੇ ਹੋਏ ਆ। ਬਿਸਕੁਟ ਖਾ ਕੇ ਰਾਤੀ ਉਹਨਾਂ ਨੇ ਆਪਣੀ ਰਾਤ ਗੁਜ਼ਾਰੀ ਆ। ਨਾ ਕੰਬਲ ਸੀ, ਨਾ ਚਾਦਰ ਸੀ, ਕੁਝ ਵੀ ਨਹੀਂ ਸੀ। ਕੀ ਨਾਮ ਹੈ ਤੁਹਾਡੇ ਬੇਟੇ ਦਾ? ਅੰਬੁਜ ਸੋਨੀ। ਅੰਬੁਜ ਸੋਨੀ। ਔਰ ਇਸ ਟਾਈਮ ਉਹਨਾਂ ਦੇ ਕੋਲ ਖਾਣ ਪੀਣ ਵਾਸਤੇ ਜਾਂ ਕਰਨ ਪੈਸੇ ਵਗੈਰਾ ਹੈ ਨੇ ਤੁਹਾਡੇ ਬੇਟੇ ਕੋਲ ਕਿ ਨਹੀਂ ਹੈ? ਨਹੀਂ ਪੈਸੇ ਨਹੀਂ ਹੈ ਜੀ। ਤੇ ਕਿਸ ਤਰ੍ਹਾਂ ਉਹ ਫਿਰ ਇਸ ਟਾਈਮ ਆਪਣਾ ਹਾਈ ਕਮਿਸ਼ਨ? ਦੇਖੋ ਸਾਰੇ ਫਰੈਂਡਸ ਇਕੱਠੇ ਹੋ ਕੇ ਇੱਕ ਬੇਸਮੈਂਟ ਦੇ ਨੀਚੇ ਗਏ ਹੋਏ, ਉਹਨਾਂ ਨੂੰ ਉਹੀ ਸੇਫ ਲੱਗ ਰਹੀ ਆ। ਉਹ ਆਪਣੇ ਛੱਡ ਕੇ ਸਾਰੇ ਜਾਣੇ ਉੱਥੇ ਸੇਫ ਬੈਠੇ ਹੋਏ। ਤੁਹਾਡੇ ਬੇਟੇ ਦੀ ਹਾਈ ਕਮਿਸ਼ਨ ਤੇ ਇੰਡੀਅਨ ਹਾਈ ਕਮਿਸ਼ਨ ਦੇ ਨਾਲ ਕੋਈ ਗੱਲਬਾਤ ਜਾਂ ਕੋਈ ਕੰਟੈਕਟ ਹੋ ਪਾਇਆ? ਨਹੀਂ, ਕੋਈ ਨਹੀਂ ਹੋਇਆ। ਕੋਈ ਕੰਟੈਕਟ ਨਹੀਂ ਹੋਇਆ? ਕੋਈ ਐਮਬੈਸੀ ਵੱਲੋਂ ਤੁਹਾਡੇ ਬੇਟੇ ਨੂੰ ਕੋਈ ਕੰਟੈਕਟ ਕੀਤਾ ਹੋਵੇ ਕਿ ਤੁਹਾਨੂੰ? ਹਾਂ ਉਹਨਾਂ ਨੇ ਆਪਣਾ ਡਿਟੇਲਸ ਸੈਂਡ ਕੀਤੀ ਆ ਜੀ। ਹਾਂਜੀ। ਤੇ ਫਿਲਹਾਲ ਲਾਸਟ ਟਾਈਮ ਕਦੋਂ ਗੱਲ ਹੋਈ ਤੁਹਾਡੀ ਬੇਟੇ ਦੀ ਤੁਹਾਡੇ ਨਾਲ? ਲਾਸਟ ਟਾਈਮ 2 ਘੰਟੇ ਪਹਿਲੇ ਹੋਈ ਆ। ਜੀ। ਕੀ ਦੱਸਿਆ ਉਹਨਾਂ ਨੇ, ਕੀ ਹਾਲਾਤ ਨੇ ਉੱਥੋਂ ਦੇ? ਉਹਨਾਂ ਨੇ ਦੱਸਿਆ ਕਿ ਹਾਲਾਤ ਤੇ ਬੁਰੇ ਹੀ ਆ ਉੱਥੋਂ ਦੇ। ਤੇ ਹਿੰਦੁਸਤਾਨ ਗਵਰਨਮੈਂਟ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ? ਮੈਂ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਸਾਡੇ ਬੱਚਿਆਂ ਨੂੰ ਸੇਫ ਲੈ ਕੇ ਇੰਡੀਆ ਲੈ ਕੇ ਆਉਣ ਔਰ ਸਾਡੇ ਕੋਲ ਪਹੁੰਚਾਉਣ। ਰੂਸ ਤੇ ਯੂਕਰੇਨ ਦੀ ਲੜਾਈ ਵਧਣ ਦਾ ਅਸਰ ਭਾਰਤ ਦੇਸ਼ ਉੱਪਰ ਵੀ ਪੈਣ ਲੱਗਾ ਹੈ। ਇੱਥੇ ਲੋਹਾ ਸਟੀਲ ਤੇ ਰੇਟ ਵਧਣ ਨਾਲ ਜਿੱਥੇ ਮਹਿੰਗਾਈ ਵਧੀ ਹੈ ਉੱਥੇ ਹੀ ਕਾਰੋਬਾਰ ਵੀ ਠੱਪ ਹੋ ਗਏ ਹਨ। ਕਾਰੋਬਾਰੀਆਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮਹਿੰਗਾਈ ਉੱਪਰ ਕਾਬੂ ਪਾਇਆ ਜਾਵੇ ਅਤੇ ਆਰਥਿਕ ਪੈਕੇਜ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਉੱਪਰ ਇਸ ਦਾ ਅਸਰ ਨਾ ਹੋਵੇ। ਤੇ ਜੋ ਅੱਜ ਐਲੂਮੀਨੀਅਮ ਦੇ ਰੇਟ ਦਾ ਦੇਖਣ ਦਾ ਮਿਲਿਆ ਤਾਂ ਅੱਜ ਬੇਸਿਕ ਰੇਟ ਇਹਦਾ 23 ਰੁਪਏ ਅਪ ਹੋ ਚੁੱਕਿਆ। ਅੱਜ ਦੇ ਦਿਨ 25 ਤਰੀਕ ਨੂੰ ਇਹ 23 ਰੁਪਏ ਅਪ ਹੋ ਚੁੱਕਿਆ, ਯਾਨੀ ਕਿ ਅੱਜ ਦਾ ਐਲੂਮੀਨੀਅਮ ਦਾ ਰੇਟ 270 ਤੋਂ ਲੈ ਕੇ 290 ਰੁਪਏ ਦੇ ਵਿੱਚ ਆ ਗਿਆ ਹੈ। ਜਿਹੜਾ ਕਿ ਅੱਜ ਤੋਂ ਤੁਸੀਂ ਮੰਨ ਲਓ 6 ਮਹੀਨੇ ਪਹਿਲਾਂ ਇਹਦਾ ਰੇਟ 170 ਤੋਂ 75 ਰੁਪਏ ਸੀਗਾ ਤੇ ਸਕ੍ਰੈਪ ਦਾ ਰੇਟ 90 ਰੁਪਏ ਸੀ। ਜੇ ਅੱਜ ਦੇ ਆਪਾਂ ਦੇਖੀਏ ਤਾਂ ਅੱਜ ਐਲੂਮੀਨੀਅਮ ਦੀ ਸਕ੍ਰੈਪ ਆ ਜਿਹੜੀ 190 ਰੁਪਏ ਵਿਕਦੀ ਆ, ਜਦ ਕਿ 6 ਮਹੀਨੇ ਪਹਿਲਾਂ 170 ਰੁਪਏ ਐਲੂਮੀਨੀਅਮ ਦਾ ਰੇਟ ਸੀ। ਤੁਸੀਂ ਇਹ ਦੇਖੋ ਵੀ ਅੱਜ 300 ਦੇ ਲਵੇ ਤਵੇ ਐਲੂਮੀਨੀਅਮ ਦਾ ਰੇਟ ਜਾ ਚੁੱਕਿਆ। ਇਸ ਨਾਲ ਕੰਮ ਬਹੁਤ ਪ੍ਰਭਾਵਿਤ ਹੋ ਰਹੇ ਨੇ। ਕਸਟਮਰ ਹੈ ਨਹੀਂਗਾ, ਕਸਟਮਰ ਵੀ ਕੀ ਕਰੇ। ਹੁਣ ਜੋ ਪਹਿਲਾਂ ਦਰਵਾਜ਼ਾ ਅਸੀਂ ਜੋ ਐਲੂਮੀਨੀਅਮ ਫੈਬਰੀਕੇਸ਼ਨ ਦਾ ਕੰਮ ਅਸੀਂ ਪਹਿਲਾਂ 2500 3000 ਰੁਪਏ 'ਚ ਦਰਵਾਜ਼ਾ ਲਾਉਂਦੇ ਸੀ, ਉਹ 5000 'ਚ ਪੈਂਦਾ। ਹੁਣ ਗਰੀਬ ਦੁਕਾਨਦਾਰ ਕੀ ਇਹਦੇ ਚੋਂ ਕੱਢੂਗਾ ਜਾਂ ਕਸਟਮਰ ਜਿਹੜਾ ਲਵਾਉਣ ਆਉਂਦਾ ਉਹ ਕਿੱਦਾਂ ਲਵਾਊਗਾ? ਇਹਨੂੰ ਇੰਨਾ ਮਹਿੰਗਾ ਹੋ ਚੁੱਕਿਆ। ਇਹ ਹੁਣ ਇਹ ਨਹੀਂ ਪਤਾ ਬਾਹਰ ਲੜਾਈ ਲੱਗਣ ਨਾਲ ਹੋਇਆ ਜਾਂ ਕੁਝ ਵੀ ਹੋਇਆ, ਜਾਣੀ ਕਿ ਅੱਜ 25 ਤਰੀਕ ਨੂੰ ਰੇਟ ਇਹਦਾ 23 ਰੁਪਏ ਅਪ ਹੋਇਆ। ਜੋ ਇਹਦੇ ਵਿੱਚ ਸ਼ੀਟਾਂ ਵਗੈਰਾ ਪੈਂਦੀਆਂ ਨੇ, ਬੈਕਾਲਾਈਟ ਸ਼ੀਟ ਪੈਂਦੀ ਆ, ਉਹ ਵੀ ਤਕਰੀਬਨ 2-2 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਵੱਧ ਗਈਆਂ ਨੇ। ਤਕਰੀਬਨ ਇੱਕ ਸ਼ੀਟ ਦੇ ਮਗਰ 35 ਤੋਂ 40 ਰੁਪਏ ਦਾ ਫਰਕ ਪੈ ਗਿਆ, ਕਿਸੇ ਤੋਂ 40 ਤੋਂ 50 ਰੁਪਏ ਦਾ ਫਰਕ ਪੈ ਗਿਆ। ਯਾਨੀ ਕਿ ਰੇਟ ਦੇ ਵਿੱਚ ਆਹ 2-4 ਮਹੀਨਿਆਂ 'ਚ ਬਹੁਤ ਫਰਕ ਆਇਆ। ਜਿਵੇਂ ਅੱਜ ਦੇ ਰੇਟ ਨਾਲੋਂ ਪਹਿਲਾਂ ਦੇ ਜੋ ਪਹਿਲਾਂ ਨਵਾਂ ਵਿਕਦਾ ਸੀ ਉਹ ਅੱਜ ਦਾ ਰੇਟ ਸਕ੍ਰੈਪ ਦਾ ਹੋਇਆ। ਇੱਕ ਪਾਸੇ ਬੀਤੇ ਦਿਨੀ ਸੜਕੀ ਹਾਦਸੇ ਵਿੱਚ ਮਾਰੇ ਗਏ ਕਲਾਕਾਰ ਦੀਪ ਸਿੱਧੂ ਦੀਆਂ ਅਸਥੀਆਂ ਜ਼ਿਲ੍ਹਾ ਰੂਪਨਗਰ ਦੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵਿਖੇ ਪਰਿਵਾਰਕ ਮੈਂਬਰਾਂ ਵੱਲੋਂ ਗਮਗੀਨ ਮਾਹੌਲ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਦੇਖੋ ਜੀ, ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਅੰਤਰ ਅਰਦਾਸ ਦਾ, ਬਾਈ ਦੀ ਡੈਥ ਤੋਂ ਲੈ ਕੇ ਕੱਲ੍ਹ ਤੱਕ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਪਰਿਵਾਰ ਦੇ ਸੀਗੇ ਤੇ ਪਰਿਵਾਰ ਨੇ ਹੀ ਅੰਤਮ ਰਸਮਾਂ ਨਿਭਾਈਆਂ ਸੀਗੀਆਂ। ਬਟ ਜਥੇਬੰਦੀ ਦਾ ਬੈਕ ਤੋਂ ਪੂਰੀ ਸਪੋਰਟ ਸੀਗੀ। ਅਸੀਂ ਬਾਈ ਮਨਦੀਪ ਨੂੰ ਮੂਹਰੇ ਲਾ ਕੇ ਹੀ ਉਹਨਾਂ ਦੀ ਬੈਕ ਤੋਂ ਸਾਰੀ ਸਾਡੀ ਜਥੇਬੰਦੀ ਨੇ ਉਸ ਤਰ੍ਹਾਂ ਹੀ ਜਾਬਤੇ ਦੇ ਵਿੱਚ ਰਹਿ ਕੇ ਸਪੋਰਟ ਕੀਤੀ ਆ। ਅਸੀਂ ਜਥੇਬੰਦੀ ਦਾ ਕੋਈ ਵੀ ਚਿਹਰਾ ਜਾਂ ਕੁਝ ਵੀ ਉੱਥੇ ਮੂਹਰੇ ਇਸ ਕਰਕੇ ਨਹੀਂ ਕੀਤਾ ਕਿਉਂਕਿ ਅਸੀਂ ਪਰਿਵਾਰ ਨੂੰ ਹੀ ਮੂਹਰੇ ਰੱਖਣਾ ਚਾਹੁੰਦੇ ਸੀਗੇ ਤਾਂ ਕਿ ਜਿਹੜਾ ਇਹ ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਇਹ ਕਿਸੇ ਇੱਕ ਜਥੇਬੰਦੀ ਜਾਂ ਕਹਿ ਲਈਏ ਵੀ ਇੱਕ ਸੰਸਥਾ ਤੱਕ ਸੀਮਤ ਨਹੀਂ ਸੀਗਾ। ਉੱਥੇ ਪੂਰਾ ਪੰਜਾਬ ਈਵਨ ਕਿ
ਪੂਰੀ ਨਾਨਕ ਲੇਵਾ ਸੰਗਤ ਜਿਹੜੀ ਸੀਗੀ, ਨਾਨਕ ਨਾਮ ਲੇਵਾ ਸੰਗਤ, ਉਹ ਸਾਰੀ ਪਹੁੰਚੀ ਹੋਈ ਸੀਗੀ ਤੇ ਉਹ ਕਿਸੇ ਵੀ ਇੱਕ ਜਥੇਬੰਦੀ ਤੱਕ ਆਪਾਂ ਸੀਮਤ ਨਹੀਂ ਰੱਖ ਸਕਦੇ। ਬਟ ਜਥੇਬੰਦੀ ਜਿਹੜੀ ਬਾਈ ਦਾ ਇੱਕ ਸੁਪਨਾ ਸੀਗਾ ਉਹ ਅੱਜ ਵੀ ਪਰਿਵਾਰ ਦੇ ਨਾਲ ਖੜੀ ਆ ਤੇ ਪਰਿਵਾਰ ਦੇ ਨਾਲ ਕੱਲ ਵੀ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹਨਾਂ ਨੇ ਪ੍ਰੋਗਰਾਮ ਨਿਪਟੇ ਚਾੜਿਆ ਗੁਰੂ ਸਾਹਿਬ ਦੀ ਕਿਰਪਾ ਨਾਲ। ਉਹਨਾਂ ਦਾ ਤੁਸੀਂ ਕਿਸ ਤਰ੍ਹਾਂ ਜਿਹੜੀ ਰਣਨੀਤੀ ਤਿਆਰ ਕਰੋਗੇ ਜਥੇਬੰਦੀ ਜਿਹੜੀ ਦੇਖੋ ਜੀ, ਸਾਡੇ ਕੋਲੇ ਜਿਵੇਂ ਬਾਈ ਜੀ ਹੁਣੀ ਡਾਕਟਰ ਉਦੋਕੇ ਸਾਹਿਬ ਹੁਣਾਂ ਦੀ ਤੇ ਬਾਪੂ ਅਜਮੇਰ ਸਿੰਘ ਹੁਣਾਂ ਦੀ ਰਾਇ ਲੈ ਕੇ ਰਾਇ ਦੇ ਨਾਲ ਸਾਰੇ ਕਾਰਜ ਨੂੰ ਗਾਂ ਅੱਗੇ ਲਾਉਂਦੇ ਹੁੰਦੇ ਸੀਗੇ, ਉਸੇ ਤਰ੍ਹਾਂ ਇਹ ਇੰਟੈਕਚੁਅਲ ਜਿਹੜੇ ਬੰਦੇ ਸਾਡੇ ਕੋਲੇ ਅੱਜ ਵੀ ਹੈਗੇ ਨੇ। ਬਾਈ ਦੀ ਘਾਟ ਅਸੀਂ ਪੂਰੀ ਨਹੀਂ ਕਰ ਸਕਦੇ, ਪਰ ਬਾਈ ਦੇ ਦਿੱਤੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਦੇਖੋ, ਉਹ ਤਾਂ ਸੰਗਤਾਂ ਦਾ ਸਾਰੀਆਂ ਜੋ ਬਾਈ ਨੂੰ ਪਿਆਰ ਕਰਨ ਵਾਲੇ ਸੀ ਸਾਰਿਆਂ ਦਾ ਇਸ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਰਾ ਜਿਹੜਾ ਆਖਰੀ ਰਸਮਾਂ ਸੀ ਅਰਦਾਸ ਦੀਆਂ ਉਸ 'ਚ ਬਹੁਤ ਸੰਗਤਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਸਾਨੂੰ ਕਾਰਜ ਪੂਰਾ ਕਰਨ ਵਿੱਚ ਸਾਰੇ ਸਾਡਾ ਸਾਥ ਦਿੱਤਾ, ਸਹਿਯੋਗ ਦਿੱਤਾ। ਤੇ ਮੈਂ ਗੁਰਦੁਆਰਾ ਜਿਹੜੀ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਵੀ ਇੰਨਾ ਜਿਹੜਾ ਸੀਗਾ ਸਿਸਟਮੈਟਿਕ ਸਾਨੂੰ ਸਾਰਾ ਬਣਾ ਕੇ ਦਿੱਤਾ। ਸਾਰੇ ਬਾਈ ਦੇ ਨਾਲ ਵਾਲੇ ਜਿਹੜੇ ਸੀ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਸਾਰਾ ਸਿਸਟਮੈਟਿਕ ਕਰਕੇ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਭਾਈ ਪਰਿਵਾਰ ਵੱਲੋਂ ਕਿਵੇਂ ਦੇਖਿਆ ਜਾਂਦਾ ਹੈ, ਕਿਉਂਕਿ ਕੱਲ ਵੀ ਅਰਦਾਸ ਮੌਕੇ ਕਈਆਂ ਦਾ ਇਹ ਕਹਿਣਾ ਸੀ ਕਿ ਇਹ ਸਾਜ਼ਿਸ਼ ਹੈ ਨਾ ਕਿ ਇੱਕ ਹਾਦਸਾ ਹੈ, ਤੁਹਾਡਾ ਪਰਿਵਾਰ ਵੱਲੋਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਪਰਿਵਾਰ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਉੱਥੇ ਸਿਰਫ 2-3 ਘੰਟੇ ਹੀ ਰੁਕੇ ਸੀ, ਉਸ ਤੋਂ ਇਹ ਲੱਗਦਾ ਵੀ ਇਹ ਐਕਸੀਡੈਂਟ ਆ। ਬਾਕੀ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਹੁਣ ਇੱਕ ਅੱਧੇ ਦਿਨ 'ਚ ਜਾਵਾਂਗੇ ਜੀ, ਬਾਕੀ ਉੱਥੋਂ ਫਿਰ ਪਤਾ ਲੱਗੂਗਾ। ਯੂਥ ਲਈ ਵਧੀਆ ਆਈਡਲ ਸਨ ਦੀਪ ਸਿੱਧੂ ਕੀ ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਧਰਮ ਦੀਆਂ ਮਰਿਆਦਾ ਹੁੰਦੀਆਂ ਨੇ ਉਹਨਾਂ ਮਰਿਆਦਾ ਦੇ ਦਾਇਰੇ ਦੇ ਵਿੱਚ ਰਹਿੰਦੇ ਆ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਸੰਸਕਾਰ ਨੇ ਉਹ ਨਿਭਾਉਣੇ ਪੈਂਦੇ ਨੇ। ਕਿ ਕੱਲ ਉਸ ਦੀ ਅੰਤਮ ਅਰਦਾਸ ਤੋਂ ਬਾਅਦ ਅੱਜ ਉਹਦਾ ਪਰਿਵਾਰ ਜਿਹੜਾ ਸੀ ਜਾਂ ਉਹਦੇ ਪਰਿਵਾਰ ਨਾਲ ਜੁੜੇ ਹੋਏ ਕੁਝ ਮੈਂਬਰ ਜਿਹੜੇ ਨੇ ਉਹ ਇੱਥੇ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਉਹਦੇ ਜਿਹੜੇ ਅਸਥ ਸੀਗੇ ਉਹ ਜਲ ਪ੍ਰਵਾਹ ਕਰਨ ਵਾਸਤੇ ਆਏ ਆ। ਕੋਈ ਸ਼ੱਕ ਨਹੀਂ ਕਿ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਦੇ ਵਾਸਤੇ, ਔਰ ਜਿਸ ਤਰ੍ਹਾਂ ਦੇ ਨਾਲ ਉਸਨੇ ਆਪਣੀਆਂ ਬੋਲਾਂ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਨੂੰ ਹਿਲਾਉਣਿਆ, ਔਰ ਜਿੰਨੇ ਥੋੜ੍ਹੇ ਸਮੇਂ ਦੇ ਵਿੱਚ ਉਸਨੇ ਬਹੁਤ ਸਾਰੀਆਂ ਚੁਣੌਤੀਆਂ ਜਾਂ ਵਿਰੋਧਤਾਵਾਂ ਦਾ ਕਹਿ ਸਕਦੇ ਹੋ ਕਿ ਮੁਕਾਬਲਾ ਕਰਦੇ ਹੋਏ ਵੀ ਆਪਣਾ ਫਿਰ ਇੱਕ ਸਥਾਨ ਜਿਹੜਾ ਸੀ ਪੰਜਾਬ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਾਇਮ ਕੀਤਾ। ਉਹਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਦਾ ਬੜਾ ਸਦਮਾ ਵੀ ਲੱਗਾ, ਧੱਕਾ ਵੀ ਲੱਗਾ। ਮੈਨੂੰ ਇੰਝ ਲੱਗਦਾ ਕਿ ਮੈਂ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਅੰਤਮ ਅਰਦਾਸ ਦਾ ਸਮਾਗਮ ਵੇਖਿਆ ਕਿ ਇੰਨੀ ਵੱਡੀ ਗਿਣਤੀ ਵੀ ਹੋਵੇ ਤੇ ਲੋਕੀ ਫਿਰ ਵੀ ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ ਜਿਹੜਾ ਸੀਗਾ ਉੱਥੋਂ ਕੱਲ੍ਹ ਸ਼ਾਮ ਤੱਕ ਜਿਹੜੇ ਸੀਗੇ ਉਹ ਵਿਦਾ ਹੋਏ। ਦੂਸਰੀ ਗੱਲ ਇਹ ਸੀਗੀ ਕਿ ਮੇਰੇ ਨਾਲ ਉਹਨਾਂ ਦੀ ਜਥੇਬੰਦੀ ਨਾਲ ਸੰਬੰਧਿਤ ਵੀਰ ਗੁਰਪ੍ਰੀਤ ਵੀ ਹੁਣੀ ਬੈਠੇ ਨੇ। ਇਹਦੇ ਵਿੱਚ ਬੇਸ਼ੱਕ ਇਹ ਜਿਹੜਾ ਸਮਾਗਮ ਸਾਰਾ ਸੀ ਉਹ ਪਰਿਵਾਰ ਦੇ ਵੱਲੋਂ ਲਿਖਿਆ ਗਿਆ ਸੀ ਤੇ ਜਿਹੜੀ ਜਥੇਬੰਦੀ ਹੈ ਉਹਦੇ ਜਿਸ ਤਰ੍ਹਾਂ ਮੈਂਬਰ ਜਿੰਨੇ ਵੀ ਸੀਗੇ ਉਸ ਦੀ ਦੀਪ ਦੀ ਆਪਣੀ ਬਣਾਈ ਹੋਈ ਜਥੇਬੰਦੀ ਵਾਰਿਸ ਪੰਜਾਬ ਦੇ, ਉਹਦੇ ਵੱਲੋਂ ਸਹਿਯੋਗ ਦਿੱਤਾ ਗਿਆ ਬਤੌਰ ਸਹਿਯੋਗੀ ਜਥੇਬੰਦੀ ਜਿਹੜੀ ਉਸ 'ਚ ਸ਼ਾਮਲ ਹੋਈ। ਪਰ ਜਿਹੜਾ ਸਾਰਾ ਪ੍ਰਬੰਧ ਕੇਸ ਨੂੰ ਬੁਲਾਉਣਾ ਹੈ, ਕਿਸ ਤਰ੍ਹਾਂ ਦੇ ਨਾਲ ਉਹ ਸਾਰਾ ਪ੍ਰਬੰਧ ਚਲਾਉਣਾ ਹੈ, ਕਿਹੜੇ ਪ੍ਰਬੰਧ ਹੋਣਗੇ, ਉਹ ਸਾਰਾ ਪਰਿਵਾਰ ਦੇ ਵੱਲੋਂ ਕੀਤਾ ਗਿਆ। ਬਾਕੀ ਗੁਰਪ੍ਰੀਤ ਸਿੰਘ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਠੀਕ ਹੈ। ਰੂਸ ਤੋਂ ਯੂਕਰੇਨ ਵਿਚਕਾਰ ਜੰਗ ਵਧਣ ਦੇ ਆਸਾਰ ਵਿਚਕਾਰ ਭਾਰਤੀ ਵਿਦਿਆਰਥੀ ਵਾਪਸ ਆਪਣੇ ਘਰ ਪਰਤ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਵਿਦਿਆਰਥੀ ਹਾਲੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਗਰਨਾ ਖੰਨਾ ਤੋਂ MBBS ਦੀ ਪੜ੍ਹਾਈ ਕਰਨ ਯੂਕਰੇਨ ਗਈ ਕਸ਼ਿਸ਼ ਵਿੱਚ ਸੁਰੱਖਿਅਤ ਆਪਣੇ ਘਰ ਪਰਤੀ ਤਾਂ ਮਾਤਾ ਪਿਤਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਦੂਜੇ ਪਾਸੇ ਯੂਕਰੇਨ ਦੇ ਅਧਿਆਪਕ ਵੀ ਪੂਰੀ ਤਰ੍ਹਾਂ ਡਰੇ ਹੋਏ ਹਨ। ਬੇਟੇ ਕੀ ਨਾਮ ਹੈ ਤੁਹਾਡਾ? ਕਸ਼ਿਸ਼ ਵਿੱਚ। ਤੇ ਤੁਸੀਂ ਯੂਕਰੇਨ ਤੋਂ ਕਦੋਂ ਵਾਪਸ ਆਏ ਹੋ? ਯੈਸਟਰਡੇ ਓਨਲੀ ਇਨ ਦ ਮਾਰਨਿੰਗ। ਤੇ ਕੀ ਹਾਲਾਤ ਕੀ ਨੇ ਉੱਥੇ ਜਦੋਂ ਤੁਸੀਂ ਆਏ ਹੋ? उस टाइम पे एक्चुअली ज़्यादा स्ट्रेस नहीं, मतलब स्ट्रेस था, पर हमारी यूनिवर्सिटी वेस्टर्न साइड पे है जिसका बॉर्डर रोमानिया के साथ लगता है, तो उस टाइम पे बहुत ज़्यादा स्ट्रेस नहीं था। पर इस टाइम पे क्रिटिकल है सिचुएशन, पर मतलब पैनिक करने वाली कोई ऐसा सच बात नहीं है। इवैक्यूएशन शुरू हो गई है, आज या कल में बच्चे वापस आने शुरू हो जाएंगे। तो कितने समय से आप वहाँ पर गए थे? मैं 2020 में गई थी दिसंबर में। अब मेरा 2nd ईयर चल रहा है। तो किस चीज़ की वहाँ पर आप स्टडी के लिए गए थे? MBBS। और कितने स्टूडेंट होंगे जो खन्ना एरिया की बात करें तो? खन्ना के मेरी यूनिवर्सिटी में तो खन्ना से अभी स्टिल कोई है नहीं, पर आसपास होंगे काफ़ी। तो क्या सिचुएशन थी जब वापस वहाँ पर आ रहे थे?
टीचर क्या बोल रहे थे या और जो टीचर्स ने पहले टीचर्स को ऐसा सच कोई इन्फॉर्मेशन नहीं थी मतलब इस चीज़ की कि बच्चों को वापस भेजना है। देवर लाइक कि ये सब शांत हो जाएगा, ऑफलाइन क्लासेस शुरू होंगी फिर से। थोड़े दिन के लिए बीच में से शुरू भी हो गई थी और पर अभी फ़िलहाल के लिए जो सिचुएशन है उसके अकॉर्डिंग तो ऑनलाइन ही चलेगी। अब तो टीचर्स खुद ही बोल रहे हैं कि अभी फ़िलहाल के लिए ऑनलाइन चलेगी जब तक ये वॉर सिचुएशन ख़त्म नहीं होती। जो टीचर आपके उनके चेहरे पे भी कहीं ना कहीं मायूसी होगी। हाँ जी, वो टेंस्ड हैं अभी भी। मैम यही बोल रहे थे कि हम लोग बहुत बड़ी ट्रबल में हैं, पर इसका मतलब ये नहीं है कि हम क्लासेस मिस करेंगे, क्लासेस तो हमें कंटिन्यू करनी है। खाने पीने की वहाँ पर कुछ कमी आ रही है या कुछ कैसे? खाने पीने की कोई कमी नहीं आ रही, इस चीज़ का कुछ नहीं है, बस थोड़ा नेटवर्क इशू हो रहा है। नेट मतलब थोड़ा स्लो हो जाता है जब ऐसी कोई कंडीशन होती है, पर बाकी सब नॉर्मल है। उन्होंने पैनिक करने के लिए मना किया है क्योंकि वो अरेंज कर रहे हैं ऐसा, मतलब पैनिक करने वाली कोई बात नहीं है। वो स्लो सबको वापस भेज ही देंगे, इंडियंस को तो वापस भेजेंगे। अच्छा, आप और कितने के स्टूडेंट थे आप जिस कॉलेज में? मेरी यूनिवर्सिटी में मेरे खुद के बैच में ही मोर देन 600 आई गेस स्टूडेंट्स हैं। मतलब मेरे बैच में यस, और बाकी आ गए हैं 70% आ गए हैं। जो 30% रहते हैं, आज 2 लिस्ट आ गई हैं, 2 लिस्ट के बच्चे आ जाएंगे, फिर कल 2 लिस्ट आएंगी, तो इवैक्यूएशन शुरू हो गई है। सारे इंडियन थे या किसी और कंट्री से थे? बाकी कंट्रीज़ के भी बच्चे होते हैं, पर वहाँ पे मतलब मेरी यूनिवर्सिटी में मेरी मतलब ऐसे इंडियंस की अलग फैकल्टी होती है, यूक्रेनियंस की अलग होती है, और बाकी जो टर्किश वगैरह के बच्चे होते हैं उनकी भी थोड़ी अलग होती है। दिनेश जी की कहना चाਹੁੰਦੇ ਹੋ बेटी ਜਿਹੜੀ यूक्रेन तो ਭਰਤੀ ਹੈਗੀ ਹੈ? ਲਫ਼ਜ਼ ਤਾਂ ਹੋ ਸਕਦਾ ਘੱਟ ਪੈ ਜਾਣ, ਲੇਕਿਨ ਪਿਛਲੇ 10 ਦਿਨਾਂ ਤੋਂ ਜਿੰਨੀ ਦਿਮਾਗ ਤੇ ਟੈਨਸ਼ਨ ਸੀਗੀ ਜੋ ਰਸ਼ੀਆ ਵੱਲੋਂ ਯੂਕਰੇਨ ਦੇ ਵਿੱਚ ਕੀਤਾ ਜਾ ਰਿਹਾ, ਜੋ ਉੱਥੇ ਦੇ ਹਾਲਾਤ ਨੇ ਇਸ ਸਮੇਂ ਰੋਜ਼ ਜਦ ਨਿਊਜ਼ ਦੇਖਦੇ ਸੀਗੇ ਸੁਣਦੇ ਸੀ, ਦਿਮਾਗ 'ਤੇ ਟੈਨਸ਼ਨ ਹੁੰਦੀ ਸੀ, ਬਰਡਨ ਬਹੁਤ ਜ਼ਿਆਦਾ ਸੀ। ਟਿਕਟ ਬੁਕਿੰਗ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋਈ, ਦਿੱਕਤਾਂ ਦਾ ਸਾਹਮਣਾ ਹੋਇਆ, ਕਿਉਂਕਿ ਜਦ ਅਸੀਂ ਟਿਕਟ ਬੁੱਕ ਕਰਨ ਚੱਲਦੇ ਹਾਂ ਔਨਲਾਈਨ ਬੁਕਿੰਗ ਹੁੰਦੀ ਹੈ ਤਾਂ 28-30 ਹਜ਼ਾਰ ਤੋਂ ਚੱਲਦੀ ਹੈ, 70 ਹਜ਼ਾਰ 'ਤੇ ਜਾ ਕੇ ਐਂਡ ਹੁੰਦੀ ਹੈ, ਤਾਂ ਉਹ ਟਿਕਟ ਬੁੱਕ ਨਹੀਂ ਹੁੰਦੀ। ਲੇਕਿਨ ਬਾਏ ਚਾਂਸ ਬਾਏ ਲੱਕ ਮੇਰੀ ਟਿਕਟ ਜਿਹੜੀ ਬੁੱਕ ਹੋਈ ਬੇਟੀ ਦੀ, ਔਰ ਬਹੁਤ ਵਧੀਆ ਸਮੇਂ 'ਤੇ ਉਹ ਆਪਣੇ ਘਰ ਪਹੁੰਚ ਗਈ, ਆਪਣੇ ਹਿੰਦੁਸਤਾਨ ਵਾਪਸ ਆਈ ਹੈ। ਬਹੁਤ ਖੁਸ਼ੀ ਹੁੰਦੀ ਹੈ। ਜਿੰਨੇ ਦਿਨ ਨਹੀਂ ਆਈ ਕਿਤੇ ਨਾ ਕਿਤੇ ਟੈਨਸ਼ਨ ਜ਼ਰੂਰ ਹੋਣੀ ਦਿਮਾਗ 'ਤੇ। ਟੈਨਸ਼ਨ ਤਾਂ ਇੰਨੀ ਜ਼ਿਆਦਾ ਸੀ ਕਿ ਅਸੀਂ ਮਤਲਬ ਹਰ ਟਾਈਮ ਨਿਊਜ਼ ਹੀ ਦੇਖਦੇ ਰਹੇ, ਔਰ ਰਾਤ ਨੂੰ ਨੀਂਦ ਵੀ ਨਹੀਂ ਸੀ ਆਉਂਦੀ, ਕਿਉਂਕਿ ਟਾਈਮ ਬੇ ਟਾਈਮ ਬੇਟੀ ਵੱਲੋਂ ਕਾਲ ਆਉਣੀ, ਔਰ ਉਹਦੇ ਜਦ ਉਹਨੇ ਗੱਲਾਂ ਦੱਸਣੀਆਂ ਤਾਂ ਉਹ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ, ਪੈਨਿਕ ਹੋ ਜਾਂਦਾ ਕਦੇ ਕਦੇ ਬੰਦਾ। ਕੀ ਚਾਹੀਦਾ ਵੀ ਸਰਕਾਰ ਨੂੰ ਜਿੰਨੇ ਬਾਕੀ ਜੇ ਸਟੂਡੈਂਟ ਰਹਿ ਗਏ ਨੇ ਉਹਨਾਂ ਲਈ ਕੀ ਉਪਰਾਲਾ ਹੋਣਾ ਚਾਹੀਦਾ? ਇੰਡੀਅਨ ਗੌਰਮੈਂਟ ਵੱਲੋਂ ਜੋ ਹੋ ਰਿਹਾ, ਜੋ ਇਨੀਸ਼ੀਏਟਿਵ ਲਏ ਗਏ ਨੇ ਉਹ ਬਹੁਤ ਵਧੀਆ ਨੇ, ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਕਾਫੀ ਫਲਾਈਟਸ ਇੰਡੀਆ ਵੱਲੋਂ ਚਾਰਟਰਡ ਭੇਜੀਆਂ ਗਈਆਂ ਨੇ, ਔਰ ਬਹੁਤ ਸਾਰੇ ਬੱਚੇ ਉਹਨਾਂ ਦੇ ਵਿੱਚ ਵਾਪਸ ਆ ਰਹੇ ਹੈ। ਔਰ ਇੰਡੀਅਨ ਗੌਰਮੈਂਟ ਨੇ ਹੁਣ ਵੀ ਬੱਚਿਆਂ ਨੂੰ ਬਹੁਤ ਵਧੀਆ ਫੈਸਿਲਿਟੀਜ਼ ਉੱਥੇ ਦਿੱਤੀਆਂ, ਪੂਰੀ ਸੇਫਟੀ ਹੈ ਉਹਨਾਂ ਦੀ, ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ। ਲੇਕਿਨ ਜੋ ਹੁਣ ਪਤਾ ਲੱਗ ਰਿਹਾ ਕਿ ਅੱਜ 2 ਫਲਾਈਟਸ ਹੋਰ ਗਈਆਂ ਔਰ 2 ਸੁਬਾਹ ਜਾ ਰਹੀਆਂ, ਤਾਂ ਕਾਫੀ ਬੱਚੇ ਵਾਪਿਸ ਆ ਜਾਣਗੇ। ਇਹ ਵੱਡੀ ਰਾਹਤ ਦੀ ਖਬਰ ਉਹਨਾਂ ਕਰੋਨਾ ਪੀੜਿਤ ਪਰਿਵਾਰਾਂ ਦੇ ਲਈ ਹੈ ਜਿਨ੍ਹਾਂ ਪਰਿਵਾਰਾਂ ਦੇ ਕਿਸੇ ਮੈਂਬਰ ਦੀ ਕਰੋਨਾ ਮਹਾਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ। ਜੀ ਹਾਂ, ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਅਜਿਹੇ ਪੀੜਿਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਮੁਆਵਜ਼ਾ ਰਾਸ਼ੀ ਪੀੜਿਤ ਪਰਿਵਾਰ ਕਿੱਥੋਂ ਅਤੇ ਕਿਵੇਂ ਪ੍ਰਾਪਤ ਕਰ ਸਕਦੇ ਹਨ ਅਤੇ ਕੀ ਜ਼ਰੂਰੀ ਦਸਤਾਵੇਜ਼ ਚਾਹੀਦੇ ਹਨ, ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਦੇਖੋ ਇਹ ਸਾਰੀ ਖਬਰ। ਜਿਹੜਾ ਹੈਗਾ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਹੈਗਾ ਮੁਆਵਜ਼ੇ ਦਾ ਜਿਹੜਾ ਪ੍ਰਾਵਧਾਨ ਕੀਤਾ ਗਿਆ, ਕੀ ਹੈਗਾ, ਕਿਸ ਤਰ੍ਹਾਂ ਲੈ ਸਕਦੇ ਨੇ, ਕੀ ਜਾਣਕਾਰੀ ਹੈ? ਇਹ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਰੀਸੈਂਟ ਫੈਸਲੇ ਗੌਰਵ ਕੁਮਾਰ ਬਾਂਸਲ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਹੜਾ ਵੀ ਵਿਅਕਤੀ ਜਿਹਦੀ ਕਰੋਨਾ ਕਾਲ ਦੇ ਦੌਰਾਨ ਚਾਹੇ ਫਸਟ ਵੇਵ ਜਾਂ ਸੈਕਿੰਡ ਵੇਵ ਦੇ ਵਿੱਚ ਕਰੋਨਾ ਦੇ ਕਾਰਨ ਮੌਤ ਹੋ ਗਈ ਹੈ, ਉਹਦੇ ਜਿਹੜੇ ਨੈਕਸਟ ਆਫ ਕਿਨ ਹੈ, ਫੈਮਿਲੀ ਮੈਂਬਰ ਜਾਂ ਲੀਗਲ ਏਅਰ, ਉਹਨਾਂ ਨੂੰ ਐਕਸ ਗ੍ਰੇਸ਼ੀਆ ਕੰਪਨਸੇਸ਼ਨ 50,000 ਰੁਪਇਆ ਪਰ ਡੈਥ ਜਿਹੜਾ ਹੈ ਉਹ ਮਿਲਣਾ ਹੈ, ਅਤੇ ਇਹ ਪ੍ਰਸ਼ਾਸਨ ਨੇ ਦੇਣਾ ਹੈ, ਜਿਹਦੇ ਵਿੱਚ ਕਿ ਇਹਨੂੰ ਲੈਣ ਦੇ ਲਈ ਜਿਹੜਾ ਹੈ ਉਹ ਬੜਾ ਸੌਖਾ ਪ੍ਰੋਸੈਸ ਹੈ। ਨੋਡਲ ਆਫਿਸਰ ਹੈ ਜਿਹੜਾ ਇਹ ਸਾਰੇ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨ ਦੇ ਲਈ, ਉਹ ਜ਼ਿਲ੍ਹਾ ਮਾਲ ਅਫਸਰ ਹੈ ਰੂਪਨਗਰ ਦੇ ਵਿੱਚ ਜਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰਸ਼ਾਸਨ ਨੇ ਲਗਾਏ ਨੇ। ਅਤੇ ਉਹ ਤੁਸੀਂ ਕੋਈ ਵੀ ਵਿਅਕਤੀ ਹੈ ਜਿਹੜਾ ਜਿਹਦੇ ਪਰਿਵਾਰਕ ਮੈਂਬਰ ਦੀ ਡੈਥ ਹੋਈ ਹੈ, ਉਹ ਇਸ ਆਫਿਸ ਨੂੰ ਅਪਰੋਚ ਕਰਕੇ ਜਾਂ ਫਿਰ ਜਿਹੜਾ ਸਾਡਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਦਫ਼ਤਰ ਹੈ
ਜਿਹੜੇ ਕਿ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੇ ਨੇ ਤੇ ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਇਹ ਰਿਸਪੌਂਸਿਬਿਲਟੀ ਫਿਕਸ ਕੀਤੀ ਹੈ ਵੀ ਤੁਸੀਂ ਆਮ ਲੋਕਾਂ ਤੱਕ ਪਹੁੰਚ ਕਰਕੇ ਜਿਨ੍ਹਾਂ ਨੂੰ ਇਸ ਗੱਲ ਬਾਰੇ ਸਮਝ ਨਹੀਂ ਹੈ ਜਾਂ ਨੌਲੇਜ ਨਹੀਂ ਹੈ ਜਾਂ ਪੜ੍ਹੇ ਲਿਖੇ ਨਹੀਂ ਹੈ, ਕਿਵੇਂ ਜਾਣਾ ਹੈ ਪ੍ਰਸ਼ਾਸਨ ਤੱਕ ਇਸ ਬਾਰੇ ਪਤਾ ਨਹੀਂ ਹੈ, ਉਹਨਾਂ ਤੱਕ ਅਪਰੋਚ ਕਰਕੇ ਉਹਨਾਂ ਨੂੰ ਮੁਆਵਜ਼ਾ ਦਿਵਾਉਣਾ ਹੈ। ਸੋ ਉਹਦੇ ਵਿੱਚ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਕਿ ਫਾਈਲ ਕਿਵੇਂ ਤਿਆਰ ਹੋਣੀ ਹੈ, ਫਾਰਮ ਕਿਵੇਂ ਭਰਨੇ ਹੈ, ਜਿਹੜੇ ਕਾਗਜ਼ ਨਾਲ ਲੱਗਣੇ ਹੈ, ਸ਼ਨਾਖਤੀ ਕਾਰਡ ਮ੍ਰਿਤਕ ਦਾ ਲੱਗਣਾ ਹੈ, ਉਹਦੇ ਪਰਿਵਾਰਕ ਮੈਂਬਰਾਂ ਦਾ ਲੱਗਣਾ ਹੈ, ਜਾਂ ਫਿਰ ਜਿਹੜਾ ਕੋਈ ਵਾਰਸਾਂ ਦੇ ਸੰਬੰਧੀ ਸਰਟੀਫਿਕੇਟ ਮਿਲਣਾ ਹੈ ਜ਼ਿਲ੍ਹਾ ਪ੍ਰਸ਼ਾਸਨ ਤੋਂ, ਉਹ ਲੈ ਕੇ ਦਿੰਦੇ ਹਾਂ। ਇਸ ਤੋਂ ਇਲਾਵਾ ਜਿਹੜਾ ਮੌਤ ਦਾ ਕੀ ਕਾਰਨ ਸੀ ਇਹਦਾ ਸਰਟੀਫਿਕੇਟ ਜਿਹੜਾ ਕਿ ਹਸਪਤਾਲ ਤੋਂ ਮਿਲਣਾ ਹੈ ਜਿੱਥੇ ਡੈਥ ਹੋਈ ਹੈ, ਉਹ ਪ੍ਰਾਪਤ ਕਰਕੇ ਦਿੰਦੇ ਹਾਂ। ਸੋ ਇਹ ਸਾਰੇ ਤਰ੍ਹਾਂ ਉਹਨਾਂ ਨੂੰ ਗਾਈਡ ਕਰਦੇ ਹਾਂ ਅਤੇ ਹੈਲਪ ਕਰਦੇ ਹਾਂ ਤਾਂ ਕਿ ਜਿਹੜੀ ਮੁਆਵਜ਼ੇ ਦੀ ਰਾਸ਼ੀ ਹੈ ਉਹ ਉਹਨਾਂ ਤੱਕ ਪਹੁੰਚ ਸਕੇ। ਤੇ ਐਸਜੀਪੀਸੀ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੋਦਰਪੁਰ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਕਰਨਾਟਕਾ ਵਿੱਚ ਜੋ ਸਿੱਖ ਬੀਬੀ ਨਾਲ ਬੇਅਦਬੀ ਹੋਈ ਹੈ ਉਹ ਨਿੰਦਣਯੋਗ ਹੈ। ਉਹਨਾਂ ਯੂਕਰੇਨ ਵਿੱਚ ਫਸੇ ਪੰਜਾਬੀਆਂ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਉਹਨਾਂ ਨੂੰ ਤੁਰੰਤ ਵਾਪਸ ਲੈ ਕੇ ਆਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਡੈਮੋਕ੍ਰੈਟਿਕ ਤੌਰ ਦੇ ਉੱਤੇ ਨਿੱਘ ਮਾਣ ਰਹੇ ਹਾਂ। ਉਹਨਾਂ ਮਹਾਨ ਸ਼ਹੀਦਾਂ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਭਾਈ ਦਲੀਪ ਸਿੰਘ ਜੀ ਜੰਡ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਸਾਡੇ ਸ਼ਹੀਦ ਸਿੰਘ ਜਿਨ੍ਹਾਂ ਦੇ ਵਿੱਚ ਬੱਚੇ ਵੀ ਸੀਗੇ, ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸਾਂ ਕਰਕੇ ਉਸ ਪਵਿੱਤਰ ਨਗਰੀ ਜੇਠ ਪਵਿੱਤਰ ਨਗਰੀ ਤੇ ਬਹੁਤ ਵੱਡੀਆਂ ਮਨਮਤਾਂ ਹੋ ਰਹੀਆਂ ਸੀ। ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਇਸ ਦੁਨੀਆ ਨੂੰ ਉਤਾਰਨ ਲਈ ਇਸ ਧਰਤੀ ਦੇ ਰਹਿਬਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ ਸੀ। ਉਸ ਧਰਤੀ ਨੂੰ ਆਜ਼ਾਦ ਕਰਾਉਣ ਲਈ ਇੱਥੋਂ ਚਾਲੇ ਪਾਏ ਔਰ ਚਾਲੇ ਨਹੀਂ ਪਾਏ, ਜਾ ਕੇ ਆਜ਼ਾਦ ਵੀ ਕਰਵਾਇਆ ਔਰ ਆਜ਼ਾਦ ਕਰਵਾਉਣ ਲਈ ਆਪਣੇ ਜਿਹੜੇ ਸਰੀਰਾਂ ਦਾ ਬਲੀਦਾਨ ਦਿੱਤਾ, ਸ਼ਹੀਦੀਆਂ ਪਾਈਆਂ। ਔਰ ਮੈਂ ਸਮਝਦਾ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਜਿਨ੍ਹਾਂ ਨੂੰ ਪੁੱਠੇ ਟਾਂਕੇ ਜੰਡ ਦੇ ਨਾਲ ਬੰਨ੍ਹ ਕੇ ਸਾੜਿਆ ਗਿਆ, ਤੇ ਜੇ ਬੰਦਾ ਅੱਜ ਦੇ ਯੁੱਗ ਵਿੱਚ ਇਹਨੂੰ ਮਹਿਸੂਸ ਕਰੇ ਤੇ ਕਿਵੇਂ ਦਾ ਮਹਿਸੂਸ ਹੋ ਸਕਦਾ। ਪਰ ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਨਮਸਕਾਰ ਕਰਦਾ, ਉੱਥੇ ਉਹਨਾਂ ਨੇ ਏਡੀਆਂ ਵੱਡੀਆਂ ਪੈੜਾਂ ਪਾਤੀਆਂ ਮਿੱਟ ਕਿ ਸਾਡੀ ਪਵਿੱਤਰ ਅਰਦਾਸ ਦਾ ਹਿੱਸਾ ਵੀ ਬਣ ਗਏ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਆਮ ਮਨੁੱਖ ਨੇ ਆਉਣਾ ਤੇ ਮਰ ਜਾਣਾ, ਪਰ ਉਹਨਾਂ ਮਹਾਨ ਸ਼ਹੀਦਾਂ ਨੂੰ ਸਿੱਖ ਕੌਮ ਨੇ ਅਰਦਾਸ ਰਾਹੀਂ ਵੀ ਤੇ ਇਹੋ ਜਿਹੀਆਂ ਉਹਨਾਂ ਦੀਆਂ ਪਵਿੱਤਰ ਯਾਦਾਂ ਦੀਆਂ ਜਿਹੜੇ ਦਿਹਾੜੇ ਮਨਾ ਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਸਿੱਖ ਪੰਥ ਦਾ ਇਹ ਸਮੁੱਚਾ ਸਰਮਾਇਆ ਆ। ਔਰ ਮੈਂ ਇਹ ਵੀ ਦੇਖਦਾ ਕਿ ਜਿਹੜਾ ਸ਼ਹੀਦੀਆਂ ਬਹੁਤ ਵਿਲੱਖਣ ਸਰੀਰਾਂ ਦੇ ਹਿੱਸੇ ਆਉਂਦੀਆਂ ਤੇ ਸਤਿਗੁਰੂ ਜੀ ਸੇਵਾ ਵੀ ਉਹਨਾਂ ਕੋਲੋਂ ਆਪ ਹੀ ਲੈ ਲੈਂਦੇ ਆ। ਸੋ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਇੱਥੇ ਪਵਿੱਤਰ ਯਾਦ ਜਿਨ੍ਹਾਂ ਦੀ 100 ਸਾਲਾਂ ਪਿੱਛੇ ਮਨਾਈ ਸੀ ਤੇ ਪਿੰਡ ਵਾਸੀਆਂ ਵੱਲੋਂ ਹੁਕਮ ਹੋਇਆ ਸੀ ਕਿ ਯਾਦ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਬੰਧ ਹੇਠ ਮਨਾਏ। ਸੋ ਇਹ ਅਸੀਂ ਅੱਜ ਉਹ ਜਿਹੜਾ ਕਿਉਂਕਿ 21 ਫਰਵਰੀ ਸੀ ਤੇ ਉਹ 21 ਫਰਵਰੀ ਵੋਟਾਂ ਕਰਕੇ ਇਹਨਾਂ ਨੇ ਫਿਰ 25 ਫਰਵਰੀ ਕਰਤੀ ਸੀ। ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਡੇ ਬਹੁਤ ਹੀ ਸਤਿਕਾਰਤ ਮੈਂਬਰ ਸਹਿਮਾਨ ਸਮੁੱਚੇ ਤੌਰ ਤੇ ਔਰ ਇੱਥੋਂ ਦੇ ਹਲਕਾ ਦੇ ਸਾਡੇ ਅਗਵਾਈ ਕਰਦੇ ਰਵੀਕਰਨ ਜੀ ਕਾਹਲੋਂ ਔਰ ਸਤਿਕਾਰਤਪੂਰ ਸਾਡਾ ਗੁਰਪਾਲ ਗੋਰਾ ਐਗਜ਼ੈਕਟਿਵ ਮੈਂਬਰ, ਬਾਬਾ ਰਤਨ ਸਿੰਘ ਜੀ, ਭਾਈ ਭਗਵਾਨ ਸਿੰਘ ਜੀ ਸਿਆਲਕਾ, ਭਾਈ ਸਰਜੀਤ ਸਿੰਘ ਜੀ ਔਰ ਉਹਨਾਂ ਨਾਲ ਭਾਈ ਗੁਰਨਾਮ ਸਿੰਘ ਜੀ, ਬਹੁਤ ਸਾਰੇ ਮੈਂਬਰ ਸਾਹਿਬਾਨ ਔਰ ਸਮੁੱਚੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ ਔਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ। ਪਹੁੰਚਣਾ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਵੀ ਸੀ, ਪਰ ਉਹ ਕਿਉਂਕਿ ਵਿਦੇਸ਼ ਚਲ ਗਏ ਆ। ਸੋ ਸਮੁੱਚਾ ਇਹ ਪੰਥ ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਨਤਮਸਤਕ ਹੋਣ ਲਈ ਇਸ ਧਰਤੀ ਤੇ ਪਹੁੰਚਾ। ਦੇਖੋ ਮੈਂ ਵਿਦੇਸ਼ ਦੀ ਤਾਂ ਜੇ ਕਰਾਂ ਗੱਲ ਵੀ ਵਿਦੇਸ਼ ਬੋਲਣ ਵਾਲੇ ਤਾਂ ਲੋਕ ਅਣਜਾਣ ਹੋਣਗੇ ਸਿੱਖਾਂ ਦੇ ਪਹਿਰਾਵੇ ਤੋਂ, ਪਰ ਇਸ ਦੇਸ਼ ਦੇ ਵਿੱਚ ਜਿਹਦੇ ਵਿੱਚ ਆਜ਼ਾਦੀਆਂ ਦੇ ਵਿੱਚ ਸਿੱਖਾਂ ਨੇ 90% ਹਿੱਸਾ ਪਾਇਆ ਹੋਵੇ ਔਰ ਸਿੱਖਾਂ ਦਾ ਪ੍ਰਧਾਨ ਮੰਤਰੀ ਇੱਥੇ ਇੰਡੀਆ ਦਾ ਉਹ ਦਸਤਾਰਧਾਰੀ ਰਿਹਾ ਹੋਵੇ, ਇੱਥੋਂ ਦਾ ਰਾਸ਼ਟਰਪਤੀ ਦਸਤਾਰਧਾਰੀ ਰਿਹਾ ਹੋਵੇ, ਇੱਥੇ ਹੋਮ ਮਿਨਿਸਟਰ ਦਸਤਾਰਧਾਰੀ ਰਿਹਾ ਹੋਵੇ, ਇਹ ਅਣਜਾਣ ਤਾਂ ਨਹੀਂ ਗੇ। ਇਹ ਮੈਂ ਸਮਝਦਾ ਜਾਣ ਬੁੱਝ ਕੇ ਇੱਕ ਜ਼ਖਮ ਕੀਤਾ ਜਾ ਰਿਹਾ ਸਿੱਖ ਮਾਨਸਿਕਤਾ ਦੇ ਉੱਤੇ ਵੀ ਇਹ ਕਿੰਨਾ ਕੁ ਜਿਹੜਾ ਆ ਇਹ ਜੁਰਮ ਨੂੰ ਝੱਲਦੇ ਆ।
ਸੋ ਮੈਂ ਸਮਝਦਾ ਇਸ ਆਜ਼ਾਦ ਭਾਰਤ ਦੇ ਵਿੱਚ ਇਹ ਦਸਤਾਰ ਦੇ ਉੱਤੇ ਹਮਲਾ ਤੇ ਦਸਤਾਰ ਲਾ ਕੇ ਅੰਦਰ ਜਾਣ ਨੂੰ ਕਹਿਣਾ ਇਹ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ। ਇਹ ਸਿੱਖ ਪੰਥ ਨੇ ਕਦੇ ਵੀ ਬਰਦਾਸ਼ਤ ਨਾ ਕੀਤੀ ਤੇ ਨਾ ਕਰਨੀ। ਯੂਕਰੇਨ ਅਤੇ ਰੂਸ ਦੇ ਵਿੱਚ ਲੱਗੀ ਜੰਗ ਦੌਰਾਨ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ ਅਤੇ ਇਸ ਦੇ ਦੌਰਾਨ ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪੜ੍ਹਾਈ ਕਰਨ ਦੇ ਲਈ ਯੂਕਰੇਨ ਵਿੱਚ ਗਏ ਵਿਦਿਆਰਥੀ ਫਲੈਟਾਂ ਬੰਦ ਕਰਕੇ ਯੂਕਰੇਨ ਵਿੱਚ ਹੀ ਫਸੇ ਹੋਏ ਹਨ ਅਤੇ ਜਾਨ ਬਚਾਉਣ ਦੇ ਲਈ ਵਿਦਿਆਰਥੀ ਬੰਕਰਾਂ ਦੇ ਵਿੱਚ ਛੁਪ-ਛੁਪ ਕੇ ਆਪਣਾ ਟਾइम कट रहे हैं। यूक्रेन में फंसे हुए हैं। यहाँ पे मेट्रो स्टेशन अंडरग्राउंड, हम अभी यूनिवर्सिटी स्टेशन खार्किव सिटी यूक्रेन, और मैं गोहाना मुडलाना गांव से हूँ, सोनीपत शहर से, हरियाणा। और यहाँ पे काफ़ी पैनिक सिचुएशन है। हम अभी कुछ कर नहीं पा रहे हैं, ऊपर लार्ज स्केल पे बॉम्बिंग हो रही है। सबने हाई अलर्ट कर दिया कि अंदर ही रहना, हमारे पास खाने पीने का कुछ नहीं है, कोई सप्लाई नहीं है। और बहुत सारे स्टूडेंट इधर फंसे हुए हैं, बहुत सारे हज़ारों की तादाद में लोग मेट्रो स्टेशन के अंदर हैं। हमको मदद चाहिए किसी भी टाइप की, किसी भी तरह से मतलब इवेक्यूएट किया जाए, क्योंकि हमारे पास कोई और ऑप्शन नहीं है। बहुत ज़्यादा ड्राइविंग घर वाले लगातार कॉल कर रहे हैं, क्योंकि उनको पता नहीं कैसी सिचुएशन है, कैसे हम सर्वाइव कर पा रहे हैं। तो प्लीज़ कैसे भी करके हमारी मदद कीजिए। ये सब साथी हम साथ में हैं इधर। नमस्कार जी, मैं निशांत चरखी दादरी से, मैं भी KNMU का स्टूडेंट हूँ, 3rd ईयर फर्स्ट सेमेस्टर से। तो जैसे साहिल ने बताया, हालात काफ़ी ज़्यादा ख़राब हैं। पहले हमने सुना था कि पुतिन सर के ऑर्डर हैं कि कोई भी सिविलियंस को प्रॉब्लम नहीं होगी, लेकिन अब जैसे कि हमें पता चला है कि कुछ मेट्रो स्टेशंस पे ओपन फायर हुआ है, सिविलियंस के ऊपर ओपन फायर हुआ है। तब से सिविलियंस को भी अटैक कर रहे हैं सभी अपार्टमेंट। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਂਕ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਪ੍ਰਵਾਸੀ ਵੱਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ, ਪਰ ਉਹ ਅੱਗ ਬੁਝਾਉਣ ਵਿੱਚ ਸਫਲ ਨਾ ਰਹੇ ਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ। भाई जी कितना होइया करना ये तो इन्हें जाके तेल बोतल पाया, बोतल जलती है आ डब्बी अग लाई ने अपने आप जानू तो हो रहा काम, छाल मार जानू हो रहा काम। 2 मिनट के क्या पे आप ਮੋਗਾ ਦੇ ਝੜੀਕ ਰੋਡ ਨੇੜੇ ਅੱਜ ਸਵੇਰ HS ਬਰਾੜ ਸਕੂਲ ਬਾਗਾ ਪੁਰਾਣਾ ਦੀ ਬੱਸ ਅਤੇ ਟਰੱਕ ਦਰਮਿਆਨ ਆਮੋ ਸਾਹਮਣੇ ਟੱਕਰ ਵਿੱਚ ਬੱਸ ਦਾ ਡਰਾਈਵਰ ਸਖਤ ਜ਼ਖਮੀ ਹੋ ਗਿਆ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀਆਂ ਲੱਤਾਂ ਲੰਮਾ ਸਮਾਂ ਬੱਸ ਦੇ ਇੰਜਣ ਵਿੱਚ ਫਸੀਆਂ ਰਹੀਆਂ, ਜਿਸ ਨੂੰ ਬਾਹਰ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ, ਜਦਕਿ ਵਿਦਿਆਰਥੀਆਂ ਦਾ ਬਚਾਅ ਹੈ। ਬੱਸ ਵਿੱਚ 12 ਤੇ 15 ਵਿਦਿਆਰਥੀ ਅਤੇ ਅਧਿਆਪਕ ਸਕੂਲ ਵਿੱਚ ਜਾ ਰਹੇ ਸਨ। ਬੀਤੀ ਰਾਤ ਜਲੰਧਰ ਦੇ ਨਕੋਦਰ ਰੋਡ ਵਿਖੇ ਕਾਰ ਅਤੇ ਐਕਟਿਵਾ ਦਾ ਭਿਆਨਕ ਸੜਕੀ ਹਾਦਸਾ ਆ ਗਿਆ ਤੇ ਜਿਸ ਵਿੱਚ ਐਕਟਿਵਾ ਸਵਾਰ 2 ਨੌਜਵਾਨਾਂ ਵਿੱਚ ਇੱਕ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਵਰਨ ਵੱਲੋਂ ਕਿਹਾ ਗਿਆ ਹੈ ਕਿ ਦਿਓਲ ਨਗਰ ਤੋਂ ਆ ਰਿਹਾ ਸੀ ਤਾਂ ਅਚਾਨਕ ਹੀ ਐਕਟਿਵਾ ਦੇ ਨਾਲ ਉਸ ਦੀ ਗੱਡੀ ਟਕਰਾ ਗਈ, ਜਿਸ ਤੋਂ ਬਾਅਦ ਦੋਨਾਂ ਹੀ ਨੌਜਵਾਨ ਜ਼ਖਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਹੜਾ ਅੰਕੁਸ਼ ਉਹ ਸੀਰੀਅਸ, ਇੱਕ ਮੁੰਡਾ ਰਮੇਸ਼ ਆ ਆਵਾਜ਼ਪੁਰੇ ਦਾ, ਉਹ ਵੀ ਇੱਥੇ ਰਹਿੰਦੇ ਆ। ਉਹਨਾਂ ਦਾ ਜਿਹੜਾ ਮੁੰਡਾ ਵਾ ਉਹ ਵੀ ਸੀਰੀਅਸ ਆ, ਦੋਨੇ ਸੀਰੀਅਸ ਆ। ਬਾਕੀ ਹੁਣ ਦੇਖਦੇ ਆ, ਬਾਕੀ ਪੁਲਿਸ ਨੂੰ ਇਨਫੋਰਮ ਕਰਦੇ ਆ ਆਪਾਂ, ਠੀਕ ਹੈ ਨਾ, ਜੋ ਕਰੂਗੀ ਬਾਕੀ ਕਾਰਵਾਈ ਪੁਲਿਸ ਕਰੂਗੀ। ਬਾਕੀ ਚਲੋ ਇਹਨਾਂ ਦੀ ਮਿਹਰਬਾਨੀ, ਇਹ ਚੱਕ ਕੇ ਮੌਕੇ ਤੇ ਫਟਾਫਟ ਉਹਨਾਂ ਨੂੰ ਲੈ ਕੇ ਚਲੇ ਗਏ ਹੈ। ਬਾਕੀ ਦੇਖਦੇ ਆ ਹੁਣ ਕੀ ਕਰਦੇ ਆ। मैं फिर खड़ा होया, गड्डी इधर आ गई, कार इधर आ गई, फिर मैं बाबा जी और मैं उड़ के आया तो बंदे उधर डिगे सी, स्कूटरी ते डिगी सी, फिर चक्के हॉस्पिटल लेके बंदे बंदे चक्के ਚਾਰ ਦੇ ਚਾਰੋਂ ਬੰਦੇ ਜਿਹੜੇ ਜ਼ਖਮੀ ਨੇ? नहीं दो ਸੀ ਬਾਈ ਸਕੂਟਰ, ਐਕਟਿਵ ਵਾਲੇ ਜ਼ਖਮੀ ਨੇ। ਬਾਕੀ ਤੇ ਗੱਡੀ ਵਾਲੇ ਕਿੱਥੇ ਆ? ਗੱਡੀ ਵਾਲਾ ਵੀ ਨਾਲ ਹੀ ਹਸਪੀਟਲ। ਨੰਗਲ ਦੇ ਨਾਲ ਲੱਗਦੇ ਪਿੰਡ ਨਾਂਗਰਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੁਆਰਾ ਸਕੂਲ ਦੀ ਨਾਬਾਲਿਗ ਬੱਚੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿੱਚ ਇੱਕ ਦੋਸ਼ੀ ਪ੍ਰਿੰਸੀਪਲ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ, ਜਿੱਥੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਕਾਂਡ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹਨ। ਇਹਦੇ ਵਿੱਚ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਹ 'ਚ ਦੋਸ਼ੀ ਦੀ ਗ੍ਰਿਫਤਾਰੀ ਕਰ ਚੁੱਕਿਆ ਤੇ ਉਹਦਾ ਅਦਾਲਤ ਵਿੱਚ ਰਿਮਾਂਡ ਮਿਲਿਆ 2 ਦਿਨ ਦਾ, ਤੇ ਜੋ ਵੀ ਅੱਗੇ ਦੀ ਕਾਰਵਾਈ ਹੈ ਉਹ ਤੋਂ ਪੁੱਛਗਿੱਛ ਕਰਕੇ ਉਹ ਅਮਲ ਵਿੱਚ ਲਿਆਂਦੀ ਜਾਵੇ। ਜਾਂਚ ਦੇ ਵੀ ਦੋਸ਼ੀ ਨੇ ਕੁਝ ਕਬੂਲਿਆ ਜੀ? ਕੁਝ ਹਾਂਜੀ, ਉਹਨੇ ਆਪਣੀ ਗਲਤੀ ਕਬੂਲੀ ਹੈ। ਮੈਂ ਫੋਟੋ ਵਗੈਰਾ ਖਿੱਚੀਆਂ ਸੀ। ਠੀਕ ਹੈ ਜੀ। ਸ਼ੋਸ਼ਣ ਕੀਤਾ ਸੀ। ਕੋਈ ਬੰਦੇ ਕੋਈ ਗਰੋਹ ਦਾ ਕੋਈ ਉਹ ਹਲੇ ਪੁੱਛਗਿੱਛ ਜਾਰੀ ਹੈ। ਮੈਡਮ ਆਮ ਚਰਚਾ ਹੈ ਵੀ ਬਹੁਤ ਜ਼ਿਆਦਾ ਲੜਕੀਆਂ ਕਰ ਜਾਂਦੇ, ਕਰੀਬ ਕਿਆ ਸੱਚਾਈ ਹੈ? ਨਹੀਂ, ਹਲੇ ਪੁੱਛਗਿੱਛ ਜਾਰੀ ਹੈ ਉਹ ਤੋਂ। ਇਹ ਠੀਕ।
ਮੇਰਾ ਨਾਮ ਉਮੇਸ਼ ਬੈਂਸ ਹੈ। ਉਮੇਸ਼ ਜੀ ਦੱਸਿਓ, ਇਹ ਜਿਹੜਾ ਅੱਜ ਮਾਮਲਾ ਆਇਆ ਸੀਗਾ ਕਿੰਨੇ ਕੁ ਦਿਨ ਦਾ ਰਿਮਾਂਡ ਮਿਲਿਆ, ਕਿਆ ਕਿਆ? ਇਹਦੇ ਵਿੱਚ ਅਸੀਂ ਅੱਜ ਕੰਪਲੇਨੈਂਟ ਸਾਈਡ ਤੋਂ ਅਸ਼ਵਨੀ ਕੁਮਾਰ ਜੀ ਵੱਲੋਂ ਪੇਸ਼ ਹੋਏ ਆ ਤੇ ਜੱਜ ਸਾਹਿਬ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ। 2 ਦਿਨ ਦੇ ਰਿਮਾਂਡ ਦੇ ਬਾਅਦ 'ਚੋਂ ਅਸੀਂ ਫੇਰ ਰਿਕੁਐਸਟ ਕਰਾਂਗੇ ਫਰਦਰ ਐਕਸਟੈਂਡ ਕਰਨੇ ਦੀ। ਤੇ ਜਿਹੜੇ ਐਕਟ ਹੈਗੇ ਆ ਜੀ ਉਹ 376 IPC ਹੈ ਤੇ ਇੱਕ ਸੈਕਸ਼ਨ 6 ਹੈ ਪੋਕਸੋ ਐਕਟ ਦਾ। ਜਿਹੜਾ ਆਰੋਪੀ ਹੈ ਉਹਨੂੰ ਆਪਣਾ ਪੱਖ ਰੱਖਿਆ ਕੋਈ? ਸਰ ਉਹਦੇ ਵੱਲੋਂ ਹਾਲੇ ਕੋਈ ਨਹੀਂ ਪੇਸ਼ ਹੋਇਆ ਜੀ, ਕੋਈ ਵੀ ਐਡਵੋਕੇਟ ਪੇਸ਼ ਨਹੀਂ ਹੋਇਆ ਉਹਨਾਂ ਵੱਲੋਂ। ਤੁਹਾਡੀ ਬਾਰ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਜੀ, ਉਹ ਕਿਹਾ ਹੈ ਜੀ? ਸਰ ਉਹ ਅਸੀਂ ਤੁਹਾਨੂੰ ਫਰਦਰ ਦੱਸ ਦਾਂਗੇ, ਹਾਲੇ ਅਸੀਂ ਡਿਸਾਈਡ ਕਰਨਾ ਜੀ, ਮੀਟਿੰਗ ਕਰਾਂਗੇ ਜੀ, ਮੀਟਿੰਗ ਦੇ ਵਿੱਚ ਡਿਸਾਈਡ ਹੋਊਗਾ ਜੀ। ਇਸ ਕੇਸ ਦੇ ਰਿਗਾਰਡਿੰਗ ਕਹਿੰਦੇ ਵੀ ਉਹਦੇ ਆਪਾਂ ਕੋਈ ਸਾਡਾ ਵਕੀਲ ਨੂੰ ਹਾਲੇ ਉਹ ਸਾਰਾ ਅਸੀਂ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ, ਜਿੱਦਾਂ ਡਿਸਾਈਡ ਹੋਊਗਾ ਤੁਹਾਨੂੰ ਦੱਸ ਦੂੰਗੇ ਸਭ ਤੋਂ ਪਹਿਲਾਂ। ਝਾਰਖੰਡ ਦਾ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਨਾਲ ਲੈ ਕੇ ਪੰਜਾਬ ਵਿੱਚ ਅਫੀਮ ਸਪਲਾਈ ਕਰਨ ਦਾ ਧੰਦਾ ਕਰਦਾ ਫੜਿਆ ਗਿਆ। ਖੰਨਾ ਪੁਲਿਸ ਨੇ ਝਾਰਖੰਡ ਤੋਂ ਅਫੀਮ ਪੰਜਾਬ ਅੰਦਰ ਸਪਲਾਈ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ 4 ਕਿਲੋ ਅਫੀਮ ਸਮੇਤ ਕਾਬੂ ਕੀਤਾ। ਪ੍ਰੇਮੀ ਪ੍ਰੇਮਿਕਾ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਸਾਥੀ ਵੀ ਫੜਿਆ ਗਿਆ। ਕੀ ਮਸਲਾ ਸਰ ਜਿਹੜਾ ਆਪਣਾ ਇਲੈਕਸ਼ਨਾਂ ਨੂੰ ਜਿਹੜਾ ਸ਼ਾਂਤੀਪੂਰਵਕ ਕਰਾਉਣ ਤੋਂ ਬਾਅਦ SSP ਸਾਹਿਬ ਖੰਨਾ ਦੀ ਹਦਾਇਤਾਂ ਮੁਤਾਬਕ ਜਿਹੜੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਜਾਰੀ ਸੀ, ਉਸ ਤਹਿਤ SHO ਸਦਰ ਸਬ ਇੰਸਪੈਕਟਰ ਜਗਜੀਤ ਸਿੰਘ ਅਤੇ CA ਇੰਚਾਰਜ ਗੁਰਮੀਤ ਸਿੰਘ ਹੋਣਾ ਨੇ ਮੰਡਿਆਣਾ ਕਲਾਂ ਮੇਨ ਰੋਡ ਤੇ ਨਾਕਾ ਲਾਇਆ ਸੀਗਾ। ਉਸ ਨਾਕੇ ਤੇ ਉਹਨਾਂ ਨੂੰ ਇੱਕ ਝਾਰਖੰਡ ਨੰਬਰ ਦੀ ਕਾਰ ਆਈ ਦਿਖਾਈ ਦਿੱਤੀ, ਜਿਸ ਨੂੰ ਰੋਕਿਆ ਗਿਆ। ਚੈਕਿੰਗ ਦੌਰਾਨ ਉਸ ਕਾਰ 'ਚ ਸਾਨੂੰ NDPS ਬਰਾਮਦ ਹੋਇਆ। ਅਸੀਂ 3 ਦੋਸ਼ੀਆਂ ਦੇ ਖਿਲਾਫ, ਇੱਕ ਸੋਨੂ, ਇੱਕ ਸ਼ਿਵ ਕੁਮਾਰ, ਇੱਕ ਰਿੰਕੀ ਕੁਮਾਰੀ, ਜੋ 2 ਝਾਰਖੰਡ ਦੇ ਤੇ ਇੱਕ ਬਿਹਾਰ ਦਾ ਰਹਿਣ ਵਾਲਾ ਹੈ, ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 31 ਅੰਡਰ ਸੈਕਸ਼ਨ 18 ਦਰਜ ਕੀਤਾ ਗਿਆ ਤੇ 4 ਕਿਲੋ ਦੇ ਕਰੀਬ ਜਿਹੜੀ ਆ ਅਫੀਮ ਉਹਨਾਂ ਕੋਲ ਰਿਕਵਰ ਹੋਈ ਹੈ। ਇਹਨਾਂ ਦਾ ਬੈਕਵਰਡ ਲਿੰਕ ਤੇ ਜਿਹੜਾ ਫਾਰਵਰਡ ਲਿੰਕ ਆ ਉਹ ਅਸੀਂ ਐਸਟੈਬਲਿਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਤੇ ਕਿੱਥੇ ਜਾਣੀ ਸੀ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਹ ਤੋਂ ਹੋਰ ਵੀ ਜਿਹੜੇ ਅੱਗੇ ਇਨਕਸ਼ਾਫ ਹੋਣ ਦੀ ਉਮੀਦ ਹੈਗੀ। ਪਹਿਲਾਂ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈਗਾ? ਅਸੀਂ ਇਹਦਾ ਬੈਕਵਰਡ ਉੱਥੋਂ ਪਤਾ ਕਰ ਰਹੇ ਹਾਂ ਥਾਣੇ ਤੋਂ ਕਿ ਇਹਨਾਂ ਦੇ ਖਿਲਾਫ ਕੀ ਹੈਗੇ ਆ। ਵੈਸੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਅੱਜ ਤੱਕ ਆਈ ਹੈ, ਮੁੱਢਲੀ ਪੁੱਛਗਿੱਛ ਦੌਰਾਨ ਇਹ ਬੰਦੇ ਯੂਜ਼ ਟੂ ਹੈਗੇ ਆ ਇਸ ਕੰਮ ਕਰਨ ਦੇ। ਪਹਿਲਾਂ ਵੀ ਇਹਨਾਂ ਨੇ ਅਫੀਮ ਸਪਲਾਈ ਕੀਤੀ ਹੈ ਪੰਜਾਬ। ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ? 2 ਦਿਨ ਦਾ ਰਿਮਾਂਡ ਮਿਲਿਆ ਜੀ। ਸਰ ਕਿੰਨੀ ਕੇਸ ਦੇ ਨੇ? ਇਹਨਾਂ ਦੀ ਏਜ ਜਿਹੜੀ ਲੜਕੀ ਦੀ ਉਹਦੀ ਏਜ ਵੀ 21-22 ਸਾਲ ਹੈਗੀ ਹੈ, ਮੁੰਡੇ ਦੀ ਏਜ ਵੀ ਇੰਨੀ ਕੁ ਹੈ ਸਰ, ਡਰਾਈਵਰ ਦੀ ਏਜ ਤੋਂ ਜ਼ਿਆਦਾ। ਸਰ ਲੜਕੀ ਨੂੰ ਕਿਸ ਪਰਪਸ ਲਈ ਨਾਲ? ਜਿਹੜਾ ਲੜਕਾ ਵਾ ਉਹਦੀ ਫਰੈਂਡ ਹੈਗੀ, ਲੜਕੀ ਨਾਲ ਦੇ ਕਿਸੇ ਪਿੰਡ 'ਚ ਰਹਿੰਦੀ ਹੈ ਤੇ ਉਹਨੂੰ ਵੀ ਬੇਸਿਕਲੀ ਇਸੇ ਕਰਕੇ ਨਾਲ ਲੈ ਕੇ ਆਏ ਆ। ਸਪਲਾਈ ਤੋਂ ਵੀ ਹਿੱਸੇਦਾਰ ਹੈਗੀ, ਅੱਗੇ ਵੀ ਉਹਨੂੰ ਚੱਕਰ ਮਾਰੇ ਆ ਕਿ ਕੋਈ ਸ਼ੱਕ ਨਾ ਹੋਵੇ ਜਾਂ ਕੋਈ ਚੈਕਿੰਗ ਨਾ ਕਰੇ। ਝਾਰਖੰਡ ਨਾਲ ਰਿਲੇਟਡ ਨੇ, ਲੱਗਦਾ ਕਿ ਉਹ ਸਟੇਟ ਤੋਂ ਇਸ ਸਟੇਟ 'ਚ ਲੈ ਕੇ ਆਉਂਦੇ ਹੋਣਗੇ? ਨਹੀਂ, ਝਾਰਖੰਡ ਵਾਲੇ ਪਾਸੇ ਤੋਂ ਹੀ ਲੈ ਕੇ ਆ ਰਹੇ ਆ, ਉੱਥੋਂ ਹੀ ਲਿਆਂਦੀ ਹੈ। ਜਿਹੜੇ ਜਿੱਥੋਂ ਲੈ ਕੇ ਆਏ ਅਸੀਂ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਿੱਥੇ ਜਾ ਕੇ ਇਹਨਾਂ ਨੇ ਸਪਲਾਈ ਕਰਨੀ ਸੀ, ਜਲੰਧਰ ਹੁਸ਼ਿਆਰਪੁਰ ਵਾਲੇ ਪਾਸੇ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ, ਅਸੀਂ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ। ਅਸੀਂ ਉਹਨਾਂ ਬਾਰੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ। ਪਹਿਲਾਂ ਵੀ ਕੋਈ ਰੂਟ ਹੈਗਾ ਇਹਨਾਂ ਦਾ ਪੰਜਾਬ 'ਚ? ਨਹੀਂ, ਪਹਿਲਾਂ ਇਹਨਾਂ ਨੇ 1-2 ਵਾਰੀ ਅੱਗੇ ਸਪਲਾਈ ਕੀਤੀ ਆ, ਅਸੀਂ ਉਹ ਵੀ ਐਨਾਲਿਸਿਸ ਕਰ ਰਹੇ ਹਾਂ, ਜਿੱਦਾਂ ਅੱਗੇ CDR ਤੋਂ ਜਿਹੜਾ ਨਾਜਾਇਜ਼ ਤਰੀਕੇ ਨਾਲ ਸਮਾਨ ਦੀ ਢੁਆਈ ਕਰਨ ਵਾਲਿਆਂ ਨਿੱਜੀ ਬੱਸਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ ਸਟੇਟ GST ਡਿਪਾਰਟਮੈਂਟ ਨੇ ਬੀਤੀ ਦੇਰ ਸਮਲਾਲਾ ਚੌਂਕ ਨੇੜੇ ਉਹਦੇ ਬੱਸਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਜਿੱਥੇ ਬੱਸ ਵਿੱਚ ਮੌਜੂਦ ਸਮਾਨ ਦੇ ਮਾਲਕਾਂ ਦਾ ਕਹਿਣਾ ਸੀ ਕਿ ਉਸ ਕੋਲ ਦਸਤਾਵੇਜ਼ ਪੂਰੇ ਸਨ, ਫਿਰ ਵੀ ਜਾਂਚ ਕੀਤੀ ਜਾ ਸਕਦੀ ਹੈ। ਅਸੀਂ ਕੋਲ ਕਰਨੈਲ ਸਿੰਘ ਨਗਰ ਪਖਵਾਲ ਰੋਡ ਤੋਂ 2-2.5 ਕਿਲੋਮੀਟਰ ਦੂਰ ਜੀ ਮਾਰਨਿੰਗ ਅਰਜੈਂਟਲੀ ਥੋੜਾ ਮਟੀਰੀਅਲ ਮੰਗਵਾਉਣਾ ਸੀਗਾ ਤੇ ਬਾਈ ਬੱਸ ਰਖਵਾਇਆ ਸੀਗਾ। ਬਿੱਲ ਵਗੈਰਾ ਮੌਜੂਦ ਨੇ, EV ਬਿੱਲ ਨਾਲ ਲੱਗਿਆ ਹੋਇਆ, ਸਬਮਿਟ ਵੀ ਕਰਵਾਇਆ। ਮਾਰਨਿੰਗ ਦਾ 2-3 ਵਾਰ 4 ਵਾਰ ਜਾ ਚੁੱਕੇ ਹਾਂ। ਤਾਂ ਸਾਨੂੰ ਇਹੀ ਕਿਹਾ ਜਾ ਰਿਹਾ ਬਾਰ-ਬਾਰ ਕਿ ਅਸੀਂ ਮਾਰਨਿੰਗ ਅਰਾਊਂਡ 5 ਵਜੇ ਦੇ ਆਸ-ਪਾਸ। ਤੇ ਤੁਹਾਡੇ ਕੋਲ ਬਿੱਲ ਹੈ ਨਹੀਂ? ਹਾਂ, ਬਿੱਲ ਹੈ, ਅੰਦਰ ਦਿੱਤੇ ਹੋਏ ਬਿੱਲ ਤਾਂ, ਬਟ ਉਹ ਕਹਿੰਦੇ ਫਿਜ਼ੀਕਲ ਕਰਵਾ ਰਹੇ ਹਾਂ। 10:30-11 ਵਜੇ ਦਾ ਟਾਈਮ ਸੀਗਾ। ਹੁਣ ਕਿੰਨਾ ਟਾਈਮ ਹੋ ਗਿਆ? ਕਰੀਬ ਹੁਣ 5 ਵੱਜ ਰਹੇ ਹੋਣੇ, 4:30 ਦੇ ਅਰਾਊਂਡ ਸ਼ਾਇਦ। ਕੀ ਕਨਫਿਊਜ਼ ਕੀਤਾ ਜਾ ਰਿਹਾ? ਬਸ ਅਜੇ ਤੱਕ ਤਾਂ ਇਹ ਕਹਿ ਰਹੇ ਜੀ, ਹੁਣ ਕੱਲ ਕਹਿ ਰਹੇ ਕੱਲ, ਇਹ ਸ਼ਾਇਦ ਕੱਲ ਨੂੰ ਮਿਲੇਗਾ ਸਮਾਨ। ਤੇ ਮਾਰਨਿੰਗ ਦੇ ਖੜੇ ਆ ਜੀ, 7-7:30 ਵਜੇ ਦੇ ਮਾਰਨਿੰਗ ਦੇ ਖੜੇ ਆ ਇੱਥੇ। ਅਜੇ ਪਤਾ ਨਹੀਂ, ਡਿਸਟਰਬ ਤਾਂ ਹੈ ਹੀ ਹੈ ਜੀ ਸਾਰੇ ਪੂਰੀਆਂ। ਪਟਿਆਲਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਜਿੱਥੇ ਹਰ ਰੋਜ਼ ਨਾਕੇਬੰਦੀ ਕੀਤੀ ਜਾਂਦੀ ਹੈ, ਉੱਥੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਵੀ ਇਹਨਾਂ ਦੋਸ਼ੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਇੱਕ ਚੋਰੀ ਦੀ ਵੱਡੀ ਵਾਰਦਾਤ ਨੂੰ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿਖੇ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ, ਜਿੱਥੇ ਚੋਰਾਂ ਨੇ ਸ਼ਹਿਰ ਦੀਆਂ ਵੱਡੀਆਂ 5 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਪਤੰਗੀਆਂ ਪਿੱਛੇ ਅਸੀਂ ਬਹੁਤ ਸਾਰੀਆਂ ਟਰੇਸ ਵੀ ਹੋ ਗਈਆਂ ਨੇ ਜੀ। ਜਿਹੜਾ ਇਹ ਚੋਣਾਂ ਦਾ ਮਾਹੌਲ ਸੀਗਾ ਉਹਦੇ ਕਰਕੇ ਜਿਹੜਾ ਹੈਗਾ ਫੋਰਸ ਪਹਿਲਾਂ ਡਿਪਲੋਇਡ ਸੀਗੀ ਕਾਫੀ ਜ਼ਿਆਦਾ, ਤਾਂ ਸਾਡਾ ਜਿਹੜਾ ਹੈਗਾ ਤਕਰੀਬਨ ਸ਼ਾਂਤ ਰਿਹਾ, ਕੋਈ ਇਹੋ ਜਿਹੀ ਗੱਲ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਤ ਜਿਸ ਤਰ੍ਹਾਂ ਮਾਹੌਲ ਖਰਾਬ ਉਰੇ ਮੀਂਹ ਵਗੈਰਾ ਪਿਆ, ਸਾਰਾ ਕੁਝ ਹੋਇਆ, ਉਸ ਮੈਨੂੰ ਲੱਗਦਾ ਉਸੇ ਚੀਜ਼ ਦਾ ਫਾਇਦਾ ਉਠਾਉਂਦੇ ਹੋਏ
ਚੋਰਾਂ ਨੇ ਫਿਰ ਕੁਝ ਦੁਕਾਨਾਂ ਦੇ ਵਿੱਚ ਵੜ ਕੇ ਜਿਹੜੀ ਹੈਗੀ ਹੈ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਅਸੀਂ ਸਾਰਾ ਮੌਕੇ ਦਾ ਜਿਹੜਾ ਹੈਗਾ ਤਫਤੀਸ਼ ਜਿਹੜੀ ਹੈਗੀ ਹੈ ਕਰ ਰਹੇ ਹਾਂ, ਸਾਰਾ ਚੈੱਕ ਕੀਤਾ ਕਿ ਇਹ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਹੜੀ ਕੈਸ਼ ਲੈ ਕੇ ਗਿਆ ਜਾਂ ਕੋਈ ਮਟੀਰੀਅਲਸ ਵਗੈਰਾ ਲੈ ਗਏ ਨੇ ਜ਼ਿਆਦਾਤਰ ਦੁਕਾਨਦਾਰਾਂ 'ਚ? ਇਹ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ। ਸ਼ਾਪਕੀਪਰਸ ਵੀ ਆਪਣਾ ਸਾਰਾ ਐਨਾਲਿਸਿਸ ਕਰ ਰਹੇ ਨੇ, ਸਾਨੂੰ ਦੱਸਣਗੇ, ਉਸ ਅਕੋਰਡਿੰਗਲੀ ਕਰਾਂਗੇ। ਸ਼ਹਿਰ ਦੇ ਵਿੱਚ ਸਰ ਪਿਛਲੇ ਕਈ ਦਿਨਾਂ ਤੋਂ ਇਹ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਤੇ ਫਿਰ ਕਿੱਦਾਂ ਪੁਲਿਸ ਕਿੱਦਾਂ ਦੇਖ ਰਹੀ ਹੈਗੀ ਇਹ? ਤੇ ਸਾਡੇ ਲਗਾਤਾਰ ਹੀ ਹੁਣੇ ਤ੍ਰਿਪੜੀ ਥਾਣੇ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਗਰੋਹ ਫੜਿਆ ਸੀਗਾ ਸਨੈਚਿੰਗ ਵਾਲਾ। ਇਸੇ ਹਿਸਾਬ ਦੇ ਨਾਲ ਜਿਹੜਾ ਅਨਾਜ ਮੰਡੀ ਥਾਣਾ ਦੇ ਵਿੱਚ ਤੇ ਅਰਬਨ ਸਟੇਟ ਥਾਣੇ ਦੇ ਵਿੱਚ ਵੀ ਅਸੀਂ 2 ਜਿਹੜੇ ਹੈਗੇ ਨੇ ਮੋਟਰਸਾਈਕਲ ਤੇ ਐਕਟਿਵਾ ਚੋਰੀ ਗੈਂਗ ਸੀਗੇ ਉਹ ਫੜੇ ਨੇ। ਆਹ ਹਜੇ ਕੱਲ ਪਰਸੋਂ ਦੀ ਹੀ ਗੱਲ ਹੈ। ਤਾਂ ਲਗਾਤਾਰ ਇਹਨਾਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਇਹ ਜਿਹੜੇ ਵੀ ਕ੍ਰਾਈਮ ਕਰਨਗੇ ਉਹਨਾਂ ਨੂੰ ਫੜਿਆ ਵੀ ਜਾਏਗਾ। ਇਹਦਾ ਕੋਈ ਕਲੂ ਮਿਲਿਆ ਜੀ ਹੁਣ ਤੱਕ ਕੋਈ ਸਾਹਮਣੇ ਆਇਆ ਕੁਝ? ਹਜੇ ਅਸੀਂ ਸਿਰਫ ਐਨਾਲਿਸਿਸ ਕਰ ਰਹੇ ਹਾਂ ਜੀ ਤੇ ਸਾਰੇ ਜਿਹੜੇ ਕਲੂਜ਼ ਉੱਤੇ ਵਰਕ ਕੀਤਾ ਜਾਊਗਾ। ਲੁਧਿਆਣਾ ਦੇ ਵਰਿੰਦਾਵਨ ਰੋਡ ਨੇੜੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਫੋਰਚੂਨਰ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੇ ਇੱਕ ਪਾਸੇ ਪੀੜਿਤ ਪੱਖ ਦਾ ਕਹਿਣਾ ਸੀ ਕਿ ਉਹਨਾਂ ਦਾ ਭਰਾ ਮੌਕੇ ਤੇ ਮੌਜੂਦ ਸੀ ਜਦੋਂ ਦੋਸ਼ੀ ਆਏ ਅਤੇ ਉਸ ਨੂੰ ਬਾਹਰ ਬੁਲਾਇਆ ਤੇ ਬੰਦੂਕ ਦੀ ਨੋਕ ਤੇ ਗੱਡੀ ਦੀ ਮੰਗ ਕਰਨ ਲੱਗੇ। ਇਸ ਦੌਰਾਨ ਦੋਸ਼ੀ ਗੱਡੀ ਦੀ ਚਾਬੀ ਵਿੱਚ ਦੇਖ ਕੇ ਉਸ ਨੂੰ ਲੈ ਕੇ ਫਰਾਰ ਹੋ ਗਿਆ। ਵਾਕਿਆ ਇਦਾਂ ਹੈਗਾ ਜੀ, ਗਰੋਵਰ ਵਾਲਾ ਹੈਗਾ ਇੱਥੇ ਆਪਣਾ ਵਰਿੰਦਾਵਨ ਰੋਡ ਤੇ ਉੱਥੇ ਆਪਣੀ ਫੋਰਚੂਨਰ ਗੱਡੀ ਹੈ ਜੀ PB10 FF 5777 ਸਿਲਵਰ ਕਲਰ ਦੀ ਆ। ਉੱਥੇ ਕੋਈ 2 ਬਦਮਾਸ਼ ਆਏ ਗੱਡੀ ਲੈ ਕੇ। ਪਹਿਲੇ ਮੇਰੇ ਭਰਾ ਨੂੰ ਆਵਾਜ਼ ਮਾਰੀ, ਹਾਂ ਬਈ ਕੀ ਹਾਲ ਆ। ਉਹ ਪੁੱਛ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਪਿਸਟਲਾਂ ਕੱਢ ਲਈਆਂ। ਉਹਨਾਂ ਦੀ ਨੀਤ ਸੀਗੀ ਵੀ ਗੱਡੀ ਖੋਹਣ ਦੀ। ਤੇ ਉਹ ਫਿਰ ਜਦੋਂ ਮੇਰਾ ਭਰਾ ਉੱਥੋਂ ਮੌਕੇ ਤੋਂ ਭੱਜਿਆ ਤੇ ਉਹਦੇ ਮਗਰ ਭੱਜੇ ਉਹਨੂੰ ਜਾਨੋਂ ਮਾਰਨ ਲਈ। ਤੇ ਮੁੜ ਕੇ ਜਦੋਂ ਨਹੀਂ ਫੜਿਆ ਗਿਆ ਤੇ ਵਾਪਸੀ ਆ ਕੇ ਉਹਨਾਂ ਨੇ ਦੇਖਿਆ ਗੱਡੀ ਦੀ ਚਾਬੀ ਲੱਗੀ ਹੋਈ ਸੀਗੀ ਅੰਦਰ ਫੋਰਚੂਨਰ ਦੀ। ਤੇ ਉਹਨਾਂ ਨੇ ਫੋਰਚੂਨਰ ਉੱਥੇ ਨਾਲ ਹੀ ਆਪਣਾ ਗਾਣਾ ਸਟਾਰਟ ਕਰਕੇ ਉੱਥੋਂ ਲੈ ਗਏ ਜੀ ਧੱਕੇ ਨਾਲ। ਪੁਲਿਸ ਸਾਰੀ ਮੌਕੇ ਤੇ ਆਈ ਹੈ, ACP ਸਾਹਿਬ ਖੁਦ ਆਏ ਸੀ ਮੌਕੇ ਤੇ, CIA ਦੀ ਸਾਰੀ ਟੀਮਾਂ ਆਈਆਂ ਸੀਗੀਆਂ ਮੌਕੇ ਤੇ। ਹਾਂਜੀ ਹੈਗੀ ਹੈ ਜੀ, ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ। ਮਾਂ-ਬਾਪ ਹਮੇਸ਼ਾ ਧੀਆਂ ਦੇ ਪਿਆਰ ਨਾਲ ਪਾਲਦੇ ਹਨ ਤੇ ਪੜ੍ਹਾ ਲਿਖਾ ਕੇ ਇਸ ਕਾਬਿਲ ਬਣਾਉਂਦੇ ਹਨ ਕਿ ਉਹ ਆਪਣੇ ਪੈਰਾਂ ਸਿਰ ਖੜੀ ਹੋ ਜਾਵੇ ਤੇ ਖੁਸ਼ੀ-ਖੁਸ਼ੀ ਉਸ ਦਾ ਵਿਆਹ ਕਰਦੇ ਹਨ। ਪਰ ਜ਼ਾਲਿਮ ਸਹੁਰੇ ਪਰਿਵਾਰ ਉਸੇ ਧੀਆਂ ਤੇ ਅਤਿਆਚਾਰ ਕਰਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਕਸਬਾ ਸਠਿਆਲਾ ਵਿੱਚ ਪੇਸ਼ ਆਇਆ, ਜਿੱਥੇ ਹਰਮਨਪ੍ਰੀਤ ਕੌਰ PR ਕੈਨੇਡਾ, ਜਿਸ ਦੀ ਉਮਰ 27 ਸਾਲ, ਪੁੱਤਰੀ ਗੁਰਬਿੰਦਰ ਸਾਬੀ ਨਮਾਜ਼ੀ ਨੂੰ ਸਹੁਰੇ ਪਰਿਵਾਰ ਵੱਲੋਂ ਫਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਫਾਹਾ ਦੇ ਕੇ ਮਾਰਨ ਤੇ ਪਰਚਾ ਦਰਜ ਕਰਨ ਉਪਰੰਤ ਪਿੰਡ ਸਠਿਆਲਾ ਵਿਖੇ ਸੰਸਕਾਰ ਕਰ ਦਿੱਤਾ ਗਿਆ। ਗੱਲ ਕੁਛ ਵੀ ਨਹੀਂ ਹੋਈ ਵੀਰ ਜੀ। ਅਸੀਂ ਤਾਂ ਉਹਨੂੰ ਨੋ ਬਣਾਇਆ ਹੀ ਨਹੀਂ ਸੀਗਾ, ਉਹਨੂੰ ਤਾਂ ਧੀ ਬਣਾਇਆ ਸੀ ਅਸੀਂ। ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਸਾਡੇ ਨਾਲ ਕਰ ਜੂਗੀ ਕੰਮ, ਤੇ ਕੋਈ ਸੋਚਿਆ ਵੀ ਨਹੀਂ ਸੀਗਾ। ਸਾਨੂੰ ਤਾਂ ਬਸ ਫੋਨ ਆਇਆ ਉਹਨਾਂ ਦਾ 3 ਵਜੇ ਵੀ ਆ ਜਾਓ ਭੱਜ ਕੇ, ਵੀ ਆਹ ਕੁਛ ਹੋ ਗਿਆ। ਅਸੀਂ ਤਾਂ ਉਹਨੇ ਟਾਈਮ ਭੱਜ ਕੇ ਜਾ ਵੜੇ। ਫਿਰ ਇਸ ਤੋਂ ਬਾਅਦ ਸਾਨੂੰ ਕੁਛ ਨਹੀਂ ਪਤਾ ਕੀ ਹੋਇਆ ਕੀ ਨਹੀਂ। ਲੜਕੀ ਦੇ ਬਾਹਰ ਦਾ ਵੀ ਕੋਈ ਜਾਣਦਾ ਸੀਗਾ? ਬਾਹਰ ਵੀਜ਼ਾ ਆਇਆ ਪਿਆ ਸੀਗਾ ਹਾਂ, 14 ਤਰੀਕ ਨੂੰ ਜਾਣਾ ਸੀਗਾ। ਪੈਕਿੰਗ ਹੋਈ ਪਈ ਹੈ, ਸਾਰਾ ਕੁਝ ਹੋਇਆ ਪਿਆ ਤੇ ਹਾਂ 12 ਨੂੰ ਜਾਣਾ, 12 ਨੂੰ ਜਾਣਾ ਸੀਗਾ। ਤੇ ਆ ਤਾਂ ਪਤਾ ਹੀ ਨਹੀਂ ਸੀਗਾ, ਰਾਜੇ ਘਰੋਂ ਤੁਰ ਗਈ। ਅਸੀਂ ਤਾਂ ਕਿਤੇ ਨੂੰ ਬਣਾਈ ਨਹੀਂ ਸੀਗੀ, ਧੀ ਬਣਾਈ ਸੀਗੀ। ਇੱਕ ਲੜਕੀ ਆ ਹਰਮਨਪ੍ਰੀਤ ਕੌਰ, ਡਾਕਟਰ ਆਫ ਗੁਰਬਰਿੰਦਰ ਸਿੰਘ, ਸਠਿਆਲਾ ਪਿੰਡ ਅੰਮ੍ਰਿਤਸਰ 'ਚ। ਇੱਥੇ ਫਰੀਦਕੋਟ ਗੁਰੂ ਤੇਗ ਬਹਾਦਰ ਨਗਰ ਗਈ ਸੀਗੀ। ਕੱਲ੍ਹ ਦੀ ਡੈਥ ਹੋ ਗਈ ਸੁਸਾਈਡ ਕਾਰਨ, ਪੱਖੇ ਲੱਗਣ ਕਾਰਨ। ਤੇ ਮੁਕੱਦਮਾ ਨੰਬਰ 70 ਮਿਤੀ 24/2/22 306 IPC ਦਰਜ ਹੈ। ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਜੋ ਇਨਵੈਸਟੀਗੇਸ਼ਨ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾਊਗੀ। ਸਰ ਪਰਿਵਾਰ ਮੁਤਾਬਕ ਕਹਿ ਰਹੇ ਆ ਵੀ ਉਹ ਮਰਡਰ ਹੋਇਆ ਜੀ। ਉਹ ਜੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੇ ਗੱਲ ਆਉਂਦੀ ਹੈ, ਡਾਕਟਰਾਂ ਦਾ ਬੋਰਡ ਬਣਿਆ, ਪੈਨਲ ਬਣ ਕੇ ਪੋਸਟਮਾਰਟਮ ਕਰਵਾ ਰਹੇ ਹਾਂ ਅਸੀਂ। ਜੇ ਰਿਪੋਰਟ ਦੇ ਵਿੱਚ ਗੱਲ ਕੋਈ ਆਉਂਦੀ ਹੈ ਤਾਂ ਬਿਲਕੁਲ ਮਰਡਰ ਦੀ ਕਾਰਵਾਈ ਕੀਤੀ ਜਾਊਗੀ। ਹੁਣ ਕਿਹੜੀ ਤਰ੍ਹਾਂ ਉਹਦੇ ਦਿਨ ਮੌਜੂਦ ਕੀਤਾ ਗਿਆ? ਫਿਲਹਾਲ 306 IPC ਦਰਜ ਕੀਤਾ ਗਿਆ ਹੈ। ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੇਕਰ ਕੋਈ ਮਰਡਰ ਵਾਲੀ ਗੱਲ ਆਉਂਦੀ ਹੈ ਤਾਂ ਮਰਡਰ ਦੀ ਕੀਤੀ ਜਾਊਗੀ। ਜੋ ਵੀ ਆਊਗੀ ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾਊਗੀ। ਅਜਿਹੇ ਹੀ ਹਾਲਾਤ ਬਣੇ ਹੋਏ ਹਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਟਲੀ ਦੇ ਵਿੱਚ ਰਹਿੰਦੇ ਮਾਪਿਆਂ ਦੇ, ਜਿਨ੍ਹਾਂ ਦੀ ਧੀ 2019 ਦੇ ਵਿੱਚ ਯੂਕਰੇਨ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਗਈ ਹੋਈ ਹੈ ਅਤੇ ਹੁਣ ਰੂਸ ਅਤੇ ਯੂਕਰੇਨ ਵਿੱਚ ਲੱਗੀ ਲੜਾਈ ਕਾਰਨ ਵਿਦਿਆਰਥੀਆਂ ਨੂੰ ਬੰਕਰਾਂ ਅਤੇ ਬੇਸਮੈਂਟਾਂ ਦੇ ਵਿੱਚ ਛੁਪ ਕੇ ਦਿਨ ਕੱਟਣੇ ਪੈ ਰਹੇ ਹਨ, ਜਿਨ੍ਹਾਂ ਦੇ ਵਿੱਚ ਰੋਪੜ ਦੇ ਪਿੰਡ ਕਟਲੀ ਦੀ ਗੁਰਜੀਤ ਕੌਰ ਵੀ ਸ਼ਾਮਿਲ ਹੈ। ਆਪਣੀ ਧੀ ਦੀ ਚਿੰਤਾ ਦੇ ਵਿੱਚ ਮਾਪਿਆਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਮਾਪਿਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦੀ ਉਹਨਾਂ ਦੀ ਧੀ ਅਤੇ ਹੋਰ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ। ਕੀ ਨਾਮ ਹੈ ਜੀ? ਹਾਂਜੀ ਬਲਜੀਤ ਕੌਰ ਆ ਜੀ। ਕੀ ਕੌਣ ਗਿਆ ਹੈ ਤੁਹਾਡਾ ਬਾਹਰ? ਬੇਟੀ ਗਈ ਹੋਈ ਹੈ ਜੀ। ਅੱਛਾ, ਗੱਲਬਾਤ ਹੋਈ ਹੈ ਬੇਟੀ ਨਾਲ? ਕੀ ਕੁਝ ਦੱਸਿਆ ਬੇਟੀ ਨੇ? ਤੇ ਹਾਂਜੀ ਗੱਲਬਾਤ ਹੁੰਦੀ ਆ ਜੀ, ਥੋੜੇ ਟਾਈਮ ਬਾਅਦ ਹੁੰਦੀ ਗੱਲਬਾਤ, ਪਰ ਫਿਲਹਾਲ ਉੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ।
ਤੇ ਉਹਨਾਂ ਦਾ ਵਿਚਾਰੇ ਨਾਲ ਕੁਝ ਸੇਫ ਨਹੀਂ ਹੈਗਾ ਜੀ, ਉੱਥੇ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਵੇ ਆ। ਕੀ ਦੱਸਿਆ ਬੇਟੀ ਨੇ, ਕੋਈ ਮਦਦ ਪਹੁੰਚ ਰਹੀ ਹੈ ਉੱਥੇ? ਕੀ ਕਦੋਂ ਵਾਪਸ ਆਉਣਾ, ਕੀ ਕੋਈ ਗੱਲਬਾਤ ਹੋਈ ਹੈ? ਹਾਂਜੀ ਫਿਲਹਾਲ ਤਾਂ ਜੀ ਉਹਨਾਂ ਨੂੰ ਐਮਬੈਸੀ ਮੈਸੇਜ ਕਰਦੀ ਆ ਤੇ ਹਜੇ ਮਤਲਬ ਪੂਰਾ ਇਨਸ਼ੋਰ ਨਹੀਂ ਹੈਗਾ ਵੀ ਕਦੋਂ ਤੱਕ ਕੱਢਣਗੇ। ਇੱਕ ਦੋ ਦਿਨ ਇਦਾਂ ਕਹਿ ਰਹੇ ਵੀ 1-2 ਦਿਨ ਤੱਕ ਕੱਢਣਗੇ ਤੁਹਾਨੂੰ, ਤੇ ਪੂਰਾ ਪ੍ਰੋਪਰ ਨਹੀਂ ਉਹਨਾਂ ਨੇ ਦੱਸਿਆ ਵੀ ਕਦੋਂ ਲੈ ਕੇ ਜਾਵਾਂਗੇ। ਤੇ ਬੇਟੀ ਨੇ ਕੀ ਦੱਸਿਆ ਉੱਥੇ ਕਿੱਦਾਂ ਸਮਾਂ ਨਿਕਲ ਰਿਹਾ ਉਹਨਾਂ ਦਾ, ਕਿਸ ਤਰ੍ਹਾਂ ਦਿਨ ਰਾਤ ਕੱਟ ਰਹੇ? ਬਹੁਤ ਔਖਾ ਨਿਕਲ ਰਿਹਾ ਜੀ ਸਮਾਂ, ਬਹੁਤ ਜ਼ਿਆਦਾ ਔਖਾ ਹੈ। ਪੂਰੀ ਰਾਤ ਮਤਲਬ ਨੀਚੇ ਬੇਸਮੈਂਟਾਂ ਵਿੱਚ ਬੈਠ ਕੇ ਬੱਚੇ ਪੂਰੀ ਰਾਤ ਕੱਢਦੇ ਆ, ਰਾਤ ਵੀ ਪੂਰਾ ਦਿਨ ਵੀ ਇਦਾਂ ਹੀ ਲੰਘਦਾ ਜੀ ਉਹਨਾਂ ਦਾ। ਤੇ ਜਦੋਂ ਤੋਂ ਇਹ ਹਾਲਾਤ ਬਣੇ ਨੇ ਤੁਹਾਡੇ ਦਿਨ ਕਿਸ ਤਰ੍ਹਾਂ ਲੰਘ ਰਹੇ ਜੀ? ਸਾਡੇ ਵੀ ਬਹੁਤ ਔਖੇ ਲੰਘਦੇ ਜੀ ਦਿਨ, ਬਹੁਤ ਜ਼ਿਆਦਾ। ਜਿਵੇਂ ਉਹਨਾਂ ਦੇ ਲੰਘਦੇ ਉਵੇਂ ਹੀ ਸਾਡੇ ਲੰਘਦੇ ਆ ਜੀ, ਅਸੀਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ। ਕੀ ਅਪੀਲ ਕਰਦੇ ਹੋ ਸਰਕਾਰ ਨੂੰ? ਸਰਕਾਰ ਨੂੰ ਇਹੀ ਅਪੀਲ ਆ ਜੀ ਸਾਡੀ ਵੀ, ਸਾਡੇ ਬੱਚੇ ਜਲਦ ਤੋਂ ਜਲਦ ਸੁਰੱਖਿਅਤ, ਸਾਰੇ ਬੱਚੇ ਇਦਾਂ ਹੀ ਕੱਢੇ ਜਾਣ ਉੱਥੋਂ, ਇੰਡੀਆ ਸਾਰੇ ਬੱਚੇ ਆਪਣੇ ਪੇਰੈਂਟਸ ਕੋਲ। ਲੁਧਿਆਣਾ ਦੇ ਬਾਰੇਵਾਲ ਰੋਡ ਸਥਿਤ ਦਿਵਿਆਂਗ ਬੱਚਿਆਂ ਦੇ ਸਕੂਲ ਵਿੱਚ ਗਲੋਬਲ ਫਾਊਂਡੇਸ਼ਨ ਦੁਆਰਾ ਮੁਫਤ ਰਾਸ਼ਨ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਦਗੜੂ ਲੋਂਡੇਚ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਨੇਕ ਕੰਮ ਸਭ ਨੂੰ ਕਰਨੇ ਚਾਹੀਦੇ ਹਨ। नमस्कार, मेरा नाम एडवोकेट दगड़ू लोंडे है। मैं प्रेसिडेंट हूँ उत्कर्ष ग्लोबल फाउंडेशन का। उत्कर्ष ग्लोबल फाउंडेशन 2010 से अनेक सामाजिक कार्यों में अपना कार्य करती है। आज हम इस स्कूल में जब आए हैं तो हम देख रहे हैं यहाँ पर जो है दिव्यांग बच्चे जो है काफ़ी तादाद में खड़े हैं, और इन बच्चों के लिए जो है हम आज राशनिंग किट का बंदोबस्त करके आए हैं। एक 2 महीने का राशनिंग किट आज उन बच्चों को दिया जाएगा एज अ ग्रेटिट्यूड फ्रॉम द उत्कर्ष ग्लोबल फाउंडेशन। ਯੂਕਰੇਨ ਅਤੇ ਰੂਸ ਵਿੱਚ ਚੱਲ ਰਹੇ ਵਿਵਾਦਾਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਖਾਸ ਕਰਕੇ ਯੂਕਰੇਨ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਕਰਦੇ ਹਾਂ ਜਲੰਧਰ ਦੇ ਰਾਮਾ ਮੰਡੀ ਦੇ ਪਰਿਵਾਰ ਦੀ, ਜਿਨ੍ਹਾਂ ਦਾ ਬੇਟਾ ਯੂਕਰੇਨ ਵਿੱਚ ਫਸਿਆ ਹੋਇਆ ਹੈ ਤੇ ਉਹ ਉੱਥੇ ਮੈਡੀਕਲ ਦਾ ਵਿਦਿਆਰਥੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਨੂੰ ਭਾਰਤ ਲਿਆਂਦਾ ਜਾਵੇ। ਬੱਚੇ ਕਹਿੰਦੇ ਹਾਂਜੀ ਹੈਗਾ ਤਾਂ ਹੈ, ਜਦੋਂ ਅਸੀਂ ਕਹੀਦਾ ਲੜਾਈ ਇੱਧਰ ਕਿੱਦਾਂ, ਕਹਿੰਦੇ ਲੜਾਈ ਤਾਂ ਲੜਾਈ ਹੁੰਦੀ ਆ ਵੀ ਤੁਸੀਂ ਟੈਨਸ਼ਨ ਨਾ ਲਓ, ਸਭ ਠੀਕ ਹੋ ਜਾਣਾ ਦੇ ਕਹਿ ਦਿੰਦੇ ਆ। ਹੁਣ ਕਿਸ ਤਰ੍ਹਾਂ ਤੁਸੀਂ ਜਦੋਂ ਹੋਈ ਉਹਨਾਂ ਦੀ ਤਾਂ ਅੱਜ ਫਲਾਈਟ ਵੀ ਸੀਗੀ, ਹੁਣ ਇਸ ਤੋਂ ਬਾਅਦ ਕੋਸ਼ਿਸ਼ ਕਰ ਰਹੇ ਨਿਕਲਣ ਦੀ? ਕਿੱਥੇ ਨਿਕਲਣਗੇ ਭਾਜੀ, ਉਹ ਉਹਨਾਂ ਨੂੰ ਤਾਂ ਕਹਿੰਦੇ ਜਿੱਥੇ ਹੈਗੇ ਉੱਥੇ ਹੀ ਰਹੋ, ਉੱਥੋਂ ਕਿਸੇ ਨੇ ਬਾਹਰ ਨਹੀਂ ਜਾਣਾ। ਹੁਣ ਜੇ 2-3 ਦਿਨ ਦਾ ਰੋਟੀ ਪਾਣੀ ਹੈਗਾ ਆ ਤੇ ਉਹ ਕਿੰਨਾ ਖਾ ਲੈਣਗੇ ਨਿਆਣੇ? 2-3 ਦਿਨ ਵਿੱਚ ਮੁੱਕ ਜੂਗਾ, ਫੇਰ ਕੀ ਕਰਨਗੇ? ਅਸੀਂ ਤਾਂ ਗੌਰਮੈਂਟ ਨੂੰ ਇਹੀ ਕਹਿੰਦੇ ਹਾਂ ਕਿ ਜਿਹੜੇ 2 ਦਿਨ ਦੇ ਵਿੱਚ ਸਾਡੇ ਬੱਚਿਆਂ ਨੂੰ ਇੱਥੇ ਲਿਆਓ, ਤਾਂ ਕਿ ਉਹਨਾਂ ਨੂੰ ਚਲੋ ਹੁਣ ਤਕਲੀਫ ਤਾਂ ਹੈਗੀ ਹੈ ਸਾਰਿਆਂ ਨੂੰ, ਗੌਰਮੈਂਟ ਦੀ ਵੀ ਅਸੀਂ ਮੁਸ਼ਕਲ ਸਮਝਦੇ, ਪਰ ਸਾਡੀ ਜਿਹੜੀ ਮੁਸ਼ਕਲ ਹੈ ਉਹ ਜ਼ਿਆਦਾ ਵੱਡੀ ਆ। ਪਹਿਲਾਂ ਗੱਲ ਨਹੀਂ ਹੋਈ ਕਿ ਯੂਨੀਵਰਸਿਟੀ ਨੇ ਕਿਹਾ ਨਹੀਂ? ਹਾਂਜੀ ਭਾਜੀ ਪ੍ਰੋਪਰ ਗੱਲ ਹੁੰਦੀ ਰਹੀ ਹੈ ਮੇਰੇ ਬੇਟੇ ਦੇ ਨਾਲ। ਉਹਨਾਂ ਨੂੰ ਅਸੀਂ ਨਿਊਜ਼ ਚੈਨਲਾਂ ਤੋਂ ਦੇਖ ਕੇ ਕਹਿੰਦੇ ਰਹੇ ਹਾਂ ਵੀ ਤੁਸੀਂ ਆ ਜਾਓ। ਬੱਚੇ ਕਹਿੰਦੇ ਯੂਨੀਵਰਸਿਟੀ ਆਫਲਾਈਨ ਨਹੀਂ ਕਰ ਰਹੇ, ਉਹ ਸਾਨੂੰ ਕਹਿ ਰਹੇ ਤੁਸੀਂ ਪੈਨਿਕ ਨਾ ਹੋਵੋ, ਤੁਸੀਂ ਆਓ ਯੂਨੀਵਰਸਿਟੀ ਆਓ, ਸਟੱਡੀ ਕਰੋ, ਵੀ ਅਸੀਂ ਤੁਹਾਡੇ ਨਾਲ ਆ ਖੜੇ। ਹੁਣ ਕੋਈ ਵੀ ਨਹੀਂ ਖੜਾ ਉੱਥੇ, ਹੁਣ ਸਾਰੇ ਕਹਿੰਦੇ ਜੀ ਅਸੀਂ ਕੀ ਕਰੀਏ, ਸਿਚੁਏਸ਼ਨ ਹੀ ਇਦਾਂ ਦੀ। ਹੁਣ ਅਰਦਾਸ ਕਰ ਰਹੇ ਹੋ ਵਾਹਿਗੁਰੂ? ਹਾਂਜੀ ਅਰਦਾਸ ਭਾਜੀ ਸਾਰਾ ਦਿਨ ਇਹੀ ਬਸ ਅਰਦਾਸ ਕਰੀ ਜਾਈਦੀ ਆ ਵੀ ਬਾਬਾ ਜੀ ਬੱਚਿਆਂ ਨੂੰ ਸਾਡੇ ਕੋਲ ਭੇਜ ਦਿਓ। जी सर, आप बताएं आपके बेटे का क्या नाम है, वो कहाँ गए थे, क्या करते थे और कितनी देर हो गई उनको? मेरे बेटे का नाम करण किशोर है। वो इस वक्त यूक्रेन में MBBS कर रहा है, 3 साल से वहाँ है। वो 3rd ईयर चल रहा है उसका, 7th सेमेस्टर MBBS कर रहा है। तो अभी जो हालात है आपसे कोई क्या बात हुई थी, क्या सब? हाँ, बेटे से बात हो रही है, जो बता रहा है कि वो इस वक्त अंडरग्राउंड हैं, वो बेसमेंट बने हुए हैं उसके फ्लैट के नीचे, उनके हैं उसके साथ 3-4 और लड़के हैं, तो उनको जो गाइडलाइन मिलती है उनके उसके हिसाब से बात कर रहे हैं, काम कर रहे हैं। ਜਲੰਧਰ ਪੁਲਿਸ ਕਮਿਸ਼ਨਰੇਟ ADCP 1 ਅਤੇ ACP ਸੈਂਟਰਲ ਦੀ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਥਾਣਾ ਨੰਬਰ 4 ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਲੀ ਮੁਹੱਲੇ ਵਿਖੇ ਇੱਕ ਘਰ ਵਿੱਚ ਰੇਡ ਕੀਤੀ ਗਈ, ਜਿੱਥੇ ਕਿ ਉਹਨਾਂ ਵੱਲੋਂ ਨਾਜਾਇਜ਼ ਸ਼ਰਾਬ ਦੀਆਂ 4 ਪੇਟੀਆਂ ਤੇ 10 ਬੋਤਲਾਂ ਪੰਜਾਬ ਮਾਰਕਾ ਬਰਾਮਦ ਕੀਤੀਆਂ ਗਈਆਂ। ਮਾਨਯੋਗ ਕਮਿਸ਼ਨਰ ਸਾਹਿਬ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ADCP 1 ਸਿਟੀ ਤੇ ACP ਸੈਂਟਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਲੀ ਮਹੱਲਾ ਵਿੱਚ ਇੱਕ ਘਰ ਦੇ ਵਿੱਚੋਂ 4 ਪੇਟੀਆਂ ਤੇ 10 ਬੋਤਲਾਂ ਰਿਕਵਰ ਕੀਤੀਆਂ ਗਈਆਂ। ਪੁਲਿਸ ਪਾਰਟੀ 4 ਨੰਬਰ ਡਿਵੀਜ਼ਨ ਨੇ ਰਿਕਵਰ ਕੀਤੀਆਂ ਨੇ, ਜੋ ਕਿ ਰਾਹੁਲ ਕਲਿਆਣ ਨਾਮਕ ਹੈ, ਪੁੱਤਰ ਗਾਗਾ, ਪਰ ਉਹ ਮੌਕੇ ਤੇ ਨਹੀਂ ਮਿਲਿਆ, ਉਸਦੇ ਘਰ ਚੋਂ ਮਿਲੀਆਂ ਨੇ ਜੀ। ਇਹ
ਸਰ ਕਿੱਥੋਂ ਲੈ ਕੇ ਆਏ ਸੀ, ਕਿਹੜਾ ਮਾਰਕਾ ਹੈ ਸ਼ਰਾਬ ਦਾ? ਇਹ ਪੰਜਾਬ ਮਾਰਕਾ ਹੀ ਆ ਜੀ, ਇਹਦਾ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਜੀ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।